ਕਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਜੁਗ ਜੁਗ ਅਟਲ ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਹਰ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਤਪ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਜੀ ਵਿਖੇ ਪਿਛਲੇ ਪਹਿਰ ਦੇ ਸਮੇਂ ਹਾਜ਼ਰੀਆਂ ਭਰ ਰਹੇ, ਦਰਸ਼ਨ ਦਿਦਾਰੇ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਓ ਮਹਾਰਾਜ ਸਾਹਿਬ ਜੀ ਦੇ ਚੱਲ ਰਹੇ ਲੜੀਵਾਰ ਪਵਿੱਤਰ ਗੁਰ ਇਤਿਹਾਸ ਪ੍ਰਸੰਗ ਸਰਵਣ ਕਰੀਏ। ਪਿਛਲੇ ਸਮੇਂ ਦੌਰਾਨ ਆਪ ਜੀ ਨੇ ਸਾਖੀ ਸਰਵਣ ਕੀਤੀ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੋਤੀ ਜੋਤ ਸਮਾਉਣ ਦੀ ਤਿਆਰੀ ਕਰ ਰਹੇ ਸਨ। ਹਾਲਾਂ ਹੇਠਾਂ ਆਸਣ ਮਹਾਰਾਜ ਨੇ ਲਾਇਆ ਹੀ ਸੀ ਤੇ ਉਸੇ ਵੇਲੇ ਸੰਗਤਾਂ ਵੱਲੋਂ ਗੁਰਬਖਸ਼ ਮਸੰਦ ਅਤੇ ਹੋਰ ਗੁਰਸਿੱਖਾਂ ਨੇ ਜੋ ਬੇਨਤੀ ਕੀਤੀ, ਪਾਤਸ਼ਾਹ ਗੁਰਿਆਈ ਕਿਹਨੂੰ ਦੇ ਕੇ ਚੱਲੇ ਆ। ਸੰਗਤਾਂ ਦੀ ਬੇਨਤੀ ਕਰਨ ਤੇ ਮਹਾਰਾਜ ਨੇ ਬਚਨ ਕੀਤਾ ਸੀ, ਬਾਬਾ ਬਸੇ ਜੇ ਗ੍ਰਾਮ ਬਕਾਲੇ ਬਾਨ ਗੁਰ ਸੰਗਤ ਸਕਲ ਸੰਭਾਲੇ। ਤੇ 5 ਪੈਸੇ ਲਲੇਰ ਰੱਖ ਕੇ ਮੱਥਾ ਟੇਕਿਆ। ਸੰਗਤ ਨੂੰ ਹੁਕਮ ਕਰਤਾ ਵੀ ਕੀਰਤਨ ਕਰਦੇ ਰਹੋ, ਸਿਮਰਨ ਕਰਦੇ ਰਹੋ। ਜਦੋਂ ਅੱਧੀ ਰਾਤ ਤੋਂ ਬਾਅਦ ਸਾਧ ਸੰਗਤ ਘੜੀ ਕੁ ਹੋਰ ਸਮਾਂ ਬਤੀਤ ਹੋ ਗਿਆ, ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚਖੰਡ ਨੂੰ ਤਿਆਰ ਹੋਏ। ਮਾਤਾ ਜੀ ਨਾਲ ਕੁਝ ਬਚਨ ਬਿਲਾਸ ਹੋਏ। ਮਾਤਾ ਕ੍ਰਿਸ਼ਨ ਕੌਰ ਜੀ ਵੈਰਾਗ ਵਿੱਚ ਸਨ ਆਪਣੇ ਪੁੱਤਰ ਦੇ ਵਿਛੋੜੇ ਕਰਕੇ ਵੀ ਮਹਾਰਾਜ ਤੁਹਾਡੇ ਬਾਝੋਂ ਮਾਂ ਕੀ ਕਰੇਗੀ। ਪਰ ਜਵਾਨੀ 'ਚ ਪਤੀ ਸਤਿਗੁਰੂ ਹਰਿ ਸਾਹਿਬ ਜੀ ਦਾ ਵਿਛੋੜਾ ਮੈਂ ਝੱਲ ਲਿਆ। ਇਸ ਖੁਸ਼ੀ ਵਿੱਚ ਵੀ ਮੇਰਾ ਪੁੱਤਰ ਗੁਰਿਆਈ ਤੇ ਬੈਠਾ ਹੈ, ਹੁਣ ਤੁਸੀਂ ਜਾ ਰਹੇ ਹੋ, ਮੇਰੀ ਹਾਲਤ ਪਾਣੀ ਤੋਂ ਰਹਿਤ ਮੱਛੀ ਦੀ ਨਿਆਈ ਹੋ ਰਹੀ ਹੈ। ਵੈਰਾਗ ਕਰਦੀ ਮਾਈ ਵੇਖ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਬ੍ਰਹਮ ਗਿਆਨ ਬਖਸ਼ਤਾ। ਫੇਰ ਨਹੀਂ ਮਾਤਾ ਜੀ ਬੋਲੇ। ਉਧਰ ਔਰੰਗਜ਼ੇਬ ਵੀ ਪਹੁੰਚ ਗਿਆ। ਇਹ ਸੋਚਦਾ ਆ ਰਿਹਾ, ਕਿਉਂਕਿ ਨੇ ਰੋਕਿਆ ਸੀ ਵੀ ਸੰਸਕਾਰ ਨਾ ਚਿਰ ਕਰਿਓ, ਮੈਨੂੰ ਉਡੀਕਿਓ। ਤੇ ਜੈ ਸਿੰਘ ਰਾਜਾ ਉਡੀਕ ਰਿਹਾ ਸੀ। ਸੁਨੇਹਾ ਮਿਲਿਆ ਵੀ ਬਾਦਸ਼ਾਹ ਪਹੁੰਚਣੀ ਵਾਲਾ। ਤੇ ਸੋਚਦਾ ਇਹ ਆਉਂਦਾ ਵੀ ਜਿਉਂਦਿਆਂ ਤਾਂ ਮਹਾਰਾਜ ਕਹਿੰਦੇ ਸੀ ਅਸੀਂ ਦਰਸ਼ਨ ਨਹੀਂ ਦੇਣੇ, ਵੀ ਸਾਡੇ ਪਿਤਾ ਜੀ ਦਾ ਬਚਨ ਹੈ, ਹੁਕਮ ਹੈ, ਅਸੀਂ ਉਹ ਪ੍ਰਣ ਨਿਭਾਉਣਾ ਹੈ। ਤੇ ਦਰਸ਼ਨ ਦਿੱਤੇ ਵੀ ਨਹੀਂ। ਹੁਣ ਕਹਿੰਦੇ ਵੀ ਮੈਂ ਦਰਸ਼ਨ ਇਹਨਾਂ ਦਾ ਵੇਖਾਂਗਾ, ਜਾ ਕੇ ਫਿਰ ਵੇਖਦੇ ਆਂ ਵੀ ਕਿਵੇਂ ਮਹਾਰਾਜ ਦਾ ਹੁਣ ਪ੍ਰਣ ਰਹਿੰਦਾ ਹੈ, ਕਿ ਕੋਈ ਹੁਣ ਕਰਾਮਾਤ ਵਿਖਾਉਣਗੇ ਜਾਂ ਨਹੀਂ ਵਿਖਾਉਣਗੇ। ਇੱਦਾਂ ਦੀਆਂ ਵਿਚਾਰਾਂ ਕਰਦਿਆਂ ਹੋਇਆ ਔਰੰਗਜ਼ੇਬ ਸਾਧ ਸੰਗਤ ਜਿੱਥੇ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾ ਗਏ ਸਨ, ਆਪਣੇ ਤਨ ਨੂੰ ਢੱਕ ਕੇ ਹੇਠਾਂ ਬਿਰਾਜਮਾਨ ਹੋ ਗਏ ਸਨ। ਮਾਤਾ ਨੂੰ ਵੈਰਾਗ ਬਖਸ਼ ਕੇ ਤੇ ਸੱਚਖੰਡ ਪਹੁੰਚੇ। ਉਸ ਮਹਾਰਾਜ ਦੇ ਪਾਵਨ ਆਸਣ ਵਾਲੇ ਤੰਬੂ ਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਪਹੁੰਚਿਆ। ਬਾਕੀ ਮਹਾਰਾਜ ਦੀ ਮਾਤਾ ਹੋਰ ਸੇਵਕ ਤਾਂ ਉੱਥੋਂ ਨਿਕਲ ਕੇ ਦੂਜੇ ਪਾਸੇ ਨੂੰ ਚਲੇ ਗਏ। ਇੱਕ ਸੇਵਕ ਖਲੋਤਾ ਰਿਹਾ ਨੇੜੇ ਕੇਵਲ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਨੇੜੇ ਜਾ ਕੇ ਕਹਿੰਦਾ ਵੀ ਇਹਨਾਂ ਦਾ ਚਿਹਰੇ ਦੇ ਦਰਸ਼ਨ ਕਰਾਓ। ਸੇਵਕ ਨਾ ਚਾਹੁੰਦਿਆਂ ਹੋਇਆ ਵੀ ਜਦੋਂ ਚੁੱਕਣ ਲੱਗਾ ਬਸਤਰ, ਅੱਖਾਂ 'ਚੋਂ ਅਥਰੂ ਨੇ ਵੀ ਮਹਾਰਾਜ ਦਾ ਪ੍ਰਾਣ ਸੀ ਵੀ ਇਹਦੇ ਮੱਥੇ ਨਹੀਂ ਲੱਗਣਾ, ਪਰ ਅਸੀਂ ਮਜਬੂਰੀ ਵਾਸ ਆਪ ਜੀ ਦਾ ਚਿਹਰਾ ਮਹਾਰਾਜ ਨੂੰ ਵਿਖਾਉਣ ਲੱਗੇ, ਤੁਸੀਂ ਬਖਸ਼ ਲਿਆ ਜੇ ਸਾਨੂੰ। ਜਦੋਂ ਸੇਵਕ ਨੇ ਕੱਪੜਾ ਚੁੱਕਿਆ ਆਪਣਾ ਨੂੰ ਪਰੇ ਨੂੰ ਕਰ ਲਿਆ, ਪੀਲੋ ਵੇਖੋ। ਤੇ ਔਰੰਗਜ਼ੇਬ ਬਾਦਸ਼ਾਹ ਨੇ ਜਦੋਂ ਵੇਖਿਆ ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਦਰਸ਼ਨ ਨਹੀਂ ਹੋਏ, ਦੇਹ ਨਹੀਂ ਦਿਖੀ, ਸਰੂਪ ਨਹੀਂ ਦਿਖਿਆ। ਇਹਨੂੰ ਬੜਾ ਕੁਝ ਭਿਆਨਕ ਹੀ ਦਿਖਿਆ ਵੀ ਜਿਵੇਂ ਧਰਤੀ ਫਟ ਗਈ ਹੋਵੇ। ਬਹੁਤ ਵੱਡਾ ਡੂੰਘਾ ਟੋਆ ਹੈ, ਦਰਾਜ ਪਈ ਹੈ। ਤੇ ਕੁਝ ਭਿਆਨਕ ਜਿਹਾ ਵੇਖ ਕੇ ਇੱਕਦਮ ਕੰਬ ਗਿਆ ਸਰੀਰ, ਦੰਦਲ ਪੈ ਗਈ, ਗਾਸ਼ ਖਾ ਕੇ ਡਿੱਗਣ ਲੱਗਾ। ਜਿਹੜਾ ਨੇੜੇ ਸੇਵਕ ਸੀ ਇਹ ਬਸ ਉੱਥੋਂ ਤੀਕਰੀ ਬਾਂਹ ਹਿੱਲੀ ਆ ਵੀ ਉਹਦੇ ਮੋਢੇ ਤੇ ਭਾਰ ਪਾਇਆ। ਸੇਵਕ ਦੇ ਭਾਰ ਪੈਣ ਕਰਕੇ ਉਹਨੇ ਚਾਦਰ ਜਿਹੜੀ ਸੀ ਉਹ ਛੁੱਟ ਗਈ। ਮਹਾਰਾਜ ਦਾ ਸਰੀਰ ਢਕਿਆ ਗਿਆ।
ਔਰੰਗਜ਼ੇਬ ਨੂੰ ਸੰਭਾਲਣ ਲੱਗਾ। ਜਦੋਂ ਹੀ ਚਾਦਰੇ ਨਾਲ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਸਰੂਪ ਢੱਕਿਆ ਗਿਆ ਤੇ ਔਰੰਗਜ਼ੇਬ ਨੂੰ ਥੋੜ੍ਹੀ ਜਿਹੀ ਹੋਸ਼ ਆਈ, ਬਲ ਕੀਤਾ, ਮੁੜਦੇ ਪੈਰੀ ਬਾਹਰ ਨਿਕਲਿਆ ਕੰਬਦਾ ਹੋਇਆ। ਚਿਹਰਾ ਵੇਖ ਕੇ ਜੈ ਸਿੰਘ ਬੜਾ ਹੈਰਾਨ ਹੈ ਵੀ ਰਾਜਾ ਤੇ ਖੁਸ਼ ਹੋਣਾ ਚਾਹੀਦਾ ਸੀ, ਬਾਦਸ਼ਾਹ ਇਹ ਤਾਂ ਡਰਿਆ ਜਿਹਾ ਆ ਰਿਹਾ ਹੈ। ਹੋਰ ਐਲਕਾਰ ਆ ਗਏ, ਕਹਿੰਦਾ ਲਿਆਓ ਛੇਤੀ ਸਵਾਰੀ ਮੇਰੀ। ਕਿਸੇ ਨੂੰ ਕੁਝ ਦੱਸਿਆ ਨਹੀਂ ਹੈ, ਸ਼ਰਮ ਦੇ ਮਾਰੇ ਨੇ, ਤੇ ਬਹੁਤ ਛੇਤੀ ਦੇ ਨਾਲ ਆਪਣੇ ਕਿਲੇ ਵੱਲ ਨੂੰ ਔਰੰਗਜ਼ੇਬ ਬਾਦਸ਼ਾਹ ਨਿਕਲ ਗਿਆ। ਆਪਣੇ ਅਖੀਰਲੇ ਸਮੇਂ ਵੀ ਸਰੀਰ ਤਿਆਗਣ ਤੋਂ ਬਾਅਦ ਵੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਪ੍ਰਣ ਨਿਭਾਇਆ ਤੇ ਔਰੰਗਜ਼ੇਬ ਨੂੰ ਸਾਧ ਸੰਗਤ ਆਪਣੇ ਦਰਸ਼ਨ ਨਹੀਂ ਸਤਿਗੁਰਾਂ ਨੇ ਦਿੱਤੇ। ਤੇ ਇਸ ਤੋਂ ਬਾਅਦ ਫਿਰ ਹੋਰ ਸਿੱਖ ਸੰਗਤਾਂ ਨੂੰ ਕਹਿ ਕੇ ਮਾਤਾ ਜੀ ਨੇ ਸੰਸਕਾਰ ਦੀ ਸਾਰੀ ਤਿਆਰੀ ਕਰਾਈ। ਅੰਗੀਠਾ ਤਿਆਰ ਕਰਾਇਆ ਗਿਆ ਜਿੱਥੇ ਹੁਣ ਬਾਲਾ ਸਾਹਿਬ ਅਸਥਾਨ ਹੈ। ਮਹਾਰਾਜ ਦੇ ਸਰੂਪ ਨੂੰ ਉੱਤੇ ਰੱਖ ਕੇ ਤੇ ਅਗਨ ਭੇਟ ਕੀਤੀ ਦੇਹ ਮਹਾਰਾਜ ਸਾਹਿਬ ਜੀ ਦੀ, ਤੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਦਾ ਸੰਸਕਾਰ ਕਰਨੇ ਤੋਂ ਬਾਅਦ ਸਾਰੀ ਸੰਗਤ ਵੈਰਾਗ ਵਿੱਚ ਗੁਰਬਾਣੀ ਪੜ੍ਹਦਿਆਂ ਅਰਦਾਸ ਕਰਕੇ ਜਮਨਾ ਵਿੱਚ ਆ ਕੇ ਇਸ਼ਨਾਨ ਕੀਤਾ। ਇੱਥੋਂ ਤੀਕਰ ਸਾਖੀ ਸੁਣੀ ਹੈ। ਤੋਂ ਅਗਲਾ ਪ੍ਰਸੰਗ ਸੁਣਨ ਦੇ ਲਈ ਰਸਨਾ ਕਰੀਏ ਪਿੱਤਰ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰ ਕੀਰਤ ਕੋ ਕਰਤ ਉਚਾਰ। ਸਾਧ ਸੰਗਤ ਜੀ, ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਦ ਜੋਤੀ ਜੋਤ ਸਮਾ ਗਏ, ਹਜ਼ਾਰਾਂ ਹੀ ਸੰਗਤਾਂ ਦੀ ਇਕੱਤਰਤਾ ਹੋਈ। ਗਰੀਬ ਨਵਾਜ਼ ਸਤਿਗੁਰਾਂ ਦਾ ਬਾਲਾ ਸਾਹਿਬ ਵਾਲਾ ਸਥਾਨ ਜਿੱਥੇ ਹੁਣ ਤਲੋਖਰੀ ਨਗਰ ਦੇ ਨੇੜੇ ਜਮਨਾ ਦੇ ਕੰਢੇ ਤੇ ਸੰਸਕਾਰ ਕੀਤਾ, ਜਿੱਥੇ ਗੁਰੂ ਸਾਹਿਬ ਜੀ ਖੁਦ ਹੀ ਕਹਿ ਗਏ ਸਨ ਵੀ ਸਾਡਾ ਇੱਥੇ ਇੱਕ ਅੰਗੀਠਾ ਬਣਾਇਓ। ਮਹਾਰਾਜ ਦੀ ਚੁਣੀ ਹੋਈ ਜਗ੍ਹਾ ਤੇ ਸੰਸਕਾਰ ਕੀਤਾ। ਵੈਰਾਗ ਵਿੱਚ ਆ ਕੇ ਸਿੱਖ ਸੰਗਤਾਂ ਗੁਰਬਾਣੀ ਪੜ੍ਹ ਰਹੀਆਂ ਨੇ, ਜਮਨਾ 'ਚ ਇਸ਼ਨਾਨ ਕੀਤਾ ਤੇ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਗੁਣ ਗਾਉਂਦੇ ਨੇ, ਪਾਤਸ਼ਾਹ ਦੀ ਕੀਰਤੀ ਉਚਾਰਦੇ ਹਨ। ਵਾਰ ਵਾਰ ਸਿਮਰਤ ਸੁਖਕਾਰ। ਵਾਰ ਵਾਰ ਮੁੜ ਮੁੜ ਕੇ ਸੁੱਖਾਂ ਦੇ ਦੇਣ ਹਾਰੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੂੰ ਚੇਤੇ ਕਰਦੇ ਹਨ। ਸਭ ਮੱਜਨ ਕਰਕੇ ਚਲ ਆਏ। ਸਾਰੀ ਸੰਗਤ ਇਸ਼ਨਾਨ ਕਰਕੇ ਫਿਰ ਚੱਲ ਕੇ ਉੱਥੇ ਆ ਗਏ ਨੇ ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਡੇਰਾ ਹੈ। ਜਹਾਂ ਬਸਨ ਕੋ ਥਾਨ ਸੁਹਾਏ। ਜਿੱਥੇ ਬੜਾ ਸੋਹਣਾ ਥਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਿਰਾਜਦੇ ਰਹੇ, ਜਿਸ ਥਾਂ ਤੇ ਸਤਿਗੁਰਾਂ ਦੇ ਹੁਕਮ ਨਾਲ ਸਿੱਖ ਸੰਗਤਾਂ ਆਉਂਦੀਆਂ ਰਹੀਆਂ। ਸੰਸਕਾਰ ਕਰਕੇ ਫਿਰ ਸਾਰੇ ਉਸ ਡੇਰੇ ਦੇ ਵਿੱਚ ਆਸਣ ਤੇ ਪਹੁੰਚ ਗਏ। ਤੇ ਨਰ ਹਜ਼ਾਰ ਹੀ ਆਮੈ। ਇਸ ਤਰ੍ਹਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਨੁੱਖ ਦਿੱਲੀ ਸ਼ਹਿਰ ਦੇ ਵਿੱਚੋਂ ਮਹਾਰਾਜ ਸਾਹਿਬ ਦਾ ਸੱਚਖੰਡ ਜਾਣਾ ਸੁਣ ਕੇ ਆਉਂਦੇ ਹਨ। ਬੈਠੇ ਗੁਰੂ ਪ੍ਰਸੰਗ ਚਲਾਵੈ। ਤੇ ਮਹਾਰਾਜ ਸਾਹਿਬ ਜੀ ਦੇ ਬਾਬਤ ਆ ਕੇ ਮਾਤਾ ਜੀ ਕੋਲ ਹੋਰ ਜਿਹੜੇ ਮੁਖੀ ਗੁਰਸਿੱਖ ਮਸੰਦ ਨੇ ਉਹਨਾਂ ਕੋਲ ਬੈਠ ਕੇ ਪ੍ਰਸੰਗ ਤੋਰਦੇ ਨੇ ਵੀ ਮਾਤਾ ਜੀ ਸਤਿਗੁਰੂ ਮਹਾਰਾਜ ਸਾਹਿਬ ਤਾਂ ਸਾਨੂੰ ਛੋਟੀ ਉਮਰ ਦੇ ਵਿੱਚ ਹੀ ਵਿਛੋੜਾ ਦੇ ਕੇ ਚਲੇ ਗਏ ਹਨ। ਬਾਲਕ ਬਏ ਤੇ ਵੱਡੇ ਨਾ ਹੋਏ। ਆ ਵੇਖੋ ਹਾਲੇ ਬਾਲਕ ਅਵਸਥਾ ਹੀ ਸੀ, ਉਮਰ ਕਰਕੇ ਮਹਾਰਾਜ ਗੁਰੂ ਹਰਿਕ੍ਰਿਸ਼ਨ ਸਾਹਿਬ ਵੱਡੇ ਹੀ ਨਹੀਂ ਹੋਏ। ਅਨਕ ਅਚੰਬਾ ਸਭ ਹਨ ਜੋਏ। ਆ ਸਾਰਿਆਂ ਨੇ ਬੜਾ ਸੀ ਅਚੰਬਾ ਮੰਨਿਆ ਹੈ ਵੀ ਛੋਟੀ ਜੀ ਉਮਰ ਦੇ ਵਿੱਚ ਹੀ ਐਸੇ ਮਹਾਨ ਸਤਿਗੁਰੂ ਸਾਨੂੰ ਛੱਡ ਕੇ ਚਲੇ ਗਏ ਹਨ। ਕ੍ਰਿਸ਼ਨ ਕੋਇਰ ਗੁਰ ਜਨਨੀ ਪਾਸ। ਇਸ ਤਰ੍ਹਾਂ ਮਾਤਾ ਕ੍ਰਿਸ਼ਨ ਕੌਰ ਜੀ ਜੋ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਜਨਨੀ ਹੈ, ਮਾਂ ਹੈ, ਉਹਦੇ ਕੋਲ ਦਿੱਲੀ ਦੀਆਂ ਸੰਗਤਾਂ ਆ ਕੇ ਇਸ ਤਰ੍ਹਾਂ ਦੇ ਬਚਨ ਕਰਦੀਆਂ ਹਨ। ਕਰੇ ਪ੍ਰੇਮ ਕੇ ਬਾਖ ਪ੍ਰਕਾਸ਼। ਤੇ ਮਾਤਾ ਜੀ ਵੀ ਅੱਗੋਂ ਬੜੇ ਪ੍ਰੇਮ ਦੇ ਨਾਲ ਬਚਨ ਕਰਦੇ ਨੇ ਆਈਆਂ ਸੰਗਤਾਂ ਦੇ ਨਾਲ। ਮੰਦ ਭਾਗ ਸੰਗਤ ਕੇ ਜਾਣੇ। ਸੰਗਤਾਂ ਕਹਿੰਦੀਆਂ ਹੈ ਮਾਤਾ ਜੀ ਅਸੀਂ ਜਾਣਦੇ ਹਾਂ ਵੀ ਸਾਡੇ ਸਮੂਹ ਸੰਗਤਾਂ ਦੇ ਕੋਈ ਮਾੜੇ ਹੀ ਭਾਗ ਸਨ। ਜਿਨ ਸਮੀਪ ਤੇ ਗੁਰੂ ਸਿਧਾਨੇ। ਵੀ ਜਿਸ ਸਾਡੇ ਦਿੱਲੀ ਨਿਵਾਸੀਆਂ ਦੇ ਕੋਲ ਆ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸੱਚਖੰਡ ਹੀ ਚਲੇ ਗਏ, ਮਾੜੇ ਹੀ ਭਾਗ ਨੇ ਨਾ
ਮਹਾਰਾਜ ਦੇ ਸਰੂਪ ਦੇ ਅਸੀਂ ਦਰਸ਼ਨ ਵੀ ਬਹੁਤਾ ਸਮਾਂ ਨਹੀਂ ਕਰ ਸਕੇ। ਬੂਝਤ ਗੁਰਨ ਬਾਰਤਾ ਸਾਰੀ। ਸੋ ਇਸ ਤਰ੍ਹਾਂ ਬੂਝਤ ਗੁਰਨ ਵਾਰਤਾ ਸਾਰੀ। ਹੋਰ ਵੀ ਗੁਰੂ ਸਾਹਿਬ ਜੀ ਦੀ ਸਭ ਵਾਰਤਾ ਪ੍ਰਸੰਗ ਚਲਾ ਕੇ ਮਾਤਾ ਜੀ ਦੇ ਕੋਲੋਂ ਸੰਗਤਾਂ ਪੁੱਛਦੀਆਂ ਹਨ। ਕ੍ਰਿਸ਼ਨ ਕੋਇਰ ਤਿਨ ਪਾਸ ਉਚਾਰੀ। ਤੇ ਮਾਤਾ ਕ੍ਰਿਸ਼ਨ ਕੌਰ ਜੀ ਕ੍ਰਿਸ਼ਨ ਕੋਇਰ ਤਿਨ ਪਾਸ ਉਚਾਰੀ। ਤੇ ਸੰਗਤਾਂ ਜੋ ਆਉਂਦੀਆਂ ਨੇ ਪਰਚਾਉਣੀ ਕਰਨ, ਉਹਨਾਂ ਨਾਲ ਮਾਤਾ ਜੀ ਬਚਨ ਕਰਦੇ ਅੱਗੋਂ। ਇਨਕੇ ਪਿਤ ਕੀਰਤਪੁਰ ਵਾਸੇ। ਕਿਉਂਕਿ ਪੁੱਛਦੇ ਨੇ ਨਾ ਮਾਤਾ ਜੀ ਫਿਰ ਕਿਵੇਂ ਇਹ ਆਪ ਜੀ ਨੇ ਪਾਲਿਆ, ਸਤਿਗੁਰੂ ਬਚਪਨ 'ਚ ਕੀ ਕਰਦੇ ਰਹੇ, ਕਿਵੇਂ ਖੇਡਦੇ ਸਨ, ਕਦੋਂ ਇਹਨਾਂ ਦਾ ਪ੍ਰਕਾਸ਼ ਹੋਇਆ, ਕਿੰਨੀ ਕੁ ਉਮਰ ਸੀ ਹਾਲਾਂ। ਇਹ ਮਾਤਾ ਕ੍ਰਿਸ਼ਨ ਕੌਰ ਜੀ ਨੂੰ ਸਿੱਖ ਪੁੱਛਦੇ ਨੇ। ਤੇ ਮਾਤਾ ਜੀ ਸੁਣ ਕੇ ਕਹਿੰਦੇ ਵੀ ਇਨਕੇ ਪਿਤ ਕੀਰਤਪੁਰ ਵਾਸੇ, ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜੋ ਮੇਰੇ ਸੁਪੁੱਤਰ, ਇਹਨਾਂ ਦੇ ਪਿਤਾ ਕੀਰਤਪੁਰ ਸਾਹਿਬ ਨਿਵਾਸ ਰੱਖਦੇ ਸਨ, ਗੁਰੂ ਹਰਿ ਸਾਹਿਬ। ਸੇਵਾ ਠਾਨੀ ਕਰ ਆਸੇ। ਤੇ ਜਦੋਂ ਮੈਂ ਵਿਆਹ ਕੇ ਆ ਗਈ ਨਾ ਸਦਵੇਂ ਸਤਿਗੁਰਾਂ ਦੇ ਨਾਲ, ਤਾਂ ਪਾਤਸ਼ਾਹ ਦੀ ਬਹੁਤ ਭਾਵਨਾ ਦੇ ਨਾਲ ਮੈਂ ਸੇਵਾ ਕੀਤੀ, ਆਸ ਰੱਖ ਕੇ ਕਿ ਮੇਰੇ ਘਰ ਵਿੱਚ ਕੋਈ ਸੰਤਾਨ ਹੋਵੇ। ਭਾਈ ਪ੍ਰਸੰਨ ਮੋਹਿ ਵਰ ਦੀਨਾ। ਤੇ ਮੇਰੀ ਸੇਵਾ ਵੇਖ ਕੇ ਮਾਤਾ ਕ੍ਰਿਸ਼ਨ ਕੌਰ ਜੀ ਕਹਿੰਦੇ ਗੁਰੂ ਹਰਿ ਸਾਹਿਬ ਬਹੁਤ ਪ੍ਰਸੰਨ ਹੋਏ ਤੇ ਮੈਨੂੰ ਵਰ ਬਖਸ਼ਿਆ। ਤਬ ਤੇ ਮੈਂ ਗਰਭ ਧਾਰਨ ਕੀ। ਤੇ ਜਦੋਂ ਉਹਨਾਂ ਨੇ ਵਰ ਬਖਸ਼ਿਆ ਵੀ ਕ੍ਰਿਸ਼ਨ ਕੋਇਰ ਜੋ ਜਿਸ ਭਾਵਨਾ ਨੂੰ ਲੈ ਕੇ ਸੇਵਾ ਕਰਦੀ ਆ ਉਹ ਤੇਰੀ ਭਾਵਨਾ ਪੂਰੀ ਹੋਵੇਗੀ। ਤੇ ਮਾਤਾ ਜੀ ਕਹਿੰਦੇ ਮੇਰੀ ਭਾਵਨਾ ਪੁੱਤਰ ਪ੍ਰਾਪਤੀ ਦੀ ਸੀ। ਜਦੋਂ ਸਤਵੇਂ ਪਾਤਸ਼ਾਹ ਨੇ ਵਰ ਦਿੱਤਾ ਉਦੋਂ ਹੀ ਮੈਂ ਗਰਭ ਧਾਰਨ ਕੀਤਾ। ਇਹ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦਾ ਨਿਵਾਸ ਗਰਭ ਵਿੱਚ ਹੋ ਗਿਆ। ਸ਼ਰਾਵਣ ਬਦੀ ਦਿਵਸ ਦਸਮੀ ਕੋ। ਤੇ ਸ਼ਰਾਵਣ ਵਧੀ ਸੌਣ ਵਧੀ ਦਸਵੀਂ ਦੇ ਦਿਨ ਉਤੋਂ ਨਛਤਰ ਪੁਨਰਬਸਨੀਕੋ। ਜੋ 27 ਨਛੱਤਰ ਨੇ ਉਹਨਾਂ ਦੇ ਵਿੱਚੋਂ ਪੁਨਰਬਸ ਨਛੱਤਰ ਸੀ, ਬੜਾ ਸੋਹਣਾ ਜਿਹਨੂੰ ਮੰਨਿਆ ਹੈ। ਸੰਮਤ 17 ਸੈ ਅਰ 13। ਅਤੇ 17 ਸੰਮਤ 17 ਹੈ, 17 ਸੈ 1700 ਅਰ 13 ਭਾਵ 1713 ਬਿਕਰਮੀ ਸੰਮਤ ਸੌਣ ਵਧੀ ਦਸਵੀਂ ਵਾਲੇ ਦਿਨ। ਸਸ ਸਤਵਾਰ ਹੋਤੋ ਤਿਸ ਬੇਰਾ। ਬੁੱਧਵਾਰ ਸੀ ਮਾਤਾ ਜੀ ਕਹਿੰਦੇ ਉਸ ਦਿਨ। ਸਾਡੇ ਸਪਤ ਘਰੀ ਜਿਨ ਚਰਿਓ। 7.5 ਘੜੀਆਂ ਦਿਨ ਚੜ ਆਇਆ ਸੀ, ਭਾਵ ਪੈਰਕ ਦਿਨ ਚੜਿਆ ਸੀ। ਤਬ ਮੁਝ ਤੇ ਇਨ ਜਨਮ ਸੋ ਧਰਿਓ। ਤਦੋਂ ਉਸ ਵੇਲੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਮੇਰੇ ਉਦਰ ਤੋਂ ਜਨਮ ਲੈਣਾ ਕੀਤਾ। ਪ੍ਰਤਪਾਲਾ ਪੁਨ ਕਰਬੇ ਲਾਗੀ। ਫਿਰ ਜਨਮ ਤੋਂ ਬਾਅਦ ਮਾਤਾ ਜੀ ਕਹਿੰਦੇ ਮੈਂ ਬਹੁਤ ਪਿਆਰ ਦੇ ਨਾਲ, ਲਾਡਾਂ ਚਾਵਾਂ ਦੇ ਨਾਲ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦੀ ਪ੍ਰਤਪਾਲਣਾ ਕਰਨ ਲੱਗ ਪਈ। ਸਭ ਤੇ ਜਾਨ ਆਪ ਵੱਡ ਭਾਗੀ। ਮੈਂ ਆਪਣੇ ਆਪ ਨੂੰ ਸਾਰਿਆਂ ਤੋਂ ਵੱਡ ਭਾਗੀ ਜਾਣਦੀ ਸਾਂ ਵੀ ਮੇਰੇ ਚੰਗੇ ਭਾਗ ਨੇ ਜੋ ਐਸਾ ਲਾਲ ਮੇਰੀ ਕੋਖ ਤੋਂ ਪੈਦਾ ਹੋਇਆ ਏ। ਜਿਮ ਜਿਮ ਦੇਹ ਬਿਰਧਤ ਮੁਖ ਸੁੰਦਰ। ਤੇ ਮਾਤਾ ਜੀ ਸੰਗਤਾਂ ਨੂੰ ਦੱਸਦੇ ਜਿਵੇਂ ਜਿਵੇਂ ਇਹਨਾਂ ਦੀ ਸੁੰਦਰ ਦੇਹ ਵੱਧਦੀ ਗਈ, ਜਿਉਂ-ਜਿਉਂ ਸਰੀਰ ਦਿਨ ਬ ਦਿਨ ਵੱਧਦਾ ਹੈ, ਤਿਉਂ-ਤਿਉਂ ਸਰੂਪ ਦੀ ਸੁੰਦਰਤਾ ਵੀ ਵੱਧਦੀ ਜਾਂਦੀ ਸੀ। ਧੀਰਜ ਖਿਮਾ ਆਦ ਗੁਣ ਮੰਦਰ। ਤੇ ਮਹਾਰਾਜ ਸਾਹਿਬ ਜੀ ਦੇ ਅੰਦਰ, ਮੇਰੇ ਪੁੱਤਰ ਦੇ ਅੰਦਰ ਧੀਰਜ ਦਾ ਗੁਣ ਵੀ ਸਦਾ ਧੀਰਜ 'ਚ ਰਹਿੰਦੇ। ਫਿਰ ਖਿਮਾ, ਸਹਾਰਨ, ਸ਼ਕਤੀ ਇਤਿਆਦਿਕ ਜਿੰਨੇ ਵੀ ਗੁਣ ਸਨ, ਉਹਨਾਂ ਗੁਣਾਂ ਦੇ ਮੰਦਰ ਸਨ ਗੁਰੂ ਹਰਿਕ੍ਰਿਸ਼ਨ ਸਾਹਿਬ। ਤਿਮ ਪਿਤ ਸਤਿਗੁਰ ਇਨ ਕੇਰੇ। ਤਿਮ ਪਿਤ ਸਤਿਗੁਰ ਇਨ ਕੇਰੇ। ਜਿਵੇਂ ਜਿਵੇਂ ਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਮਾਤਾ ਕ੍ਰਿਸ਼ਨ ਕੌਰ ਜੀ ਕਹਿੰਦੇ 8ਵੇਂ ਪਾਤਸ਼ਾਹ ਵੱਡੇ ਹੁੰਦੇ ਗਏ, ਜਿਵੇਂ ਜਿਵੇਂ ਉਹਨਾਂ ਦਾ ਸਰੀਰ ਵੱਧਦਾ ਗਿਆ, ਤੇਵੇਂ ਹੀ ਇਹਨਾਂ ਦੇ ਪਿਤਾ ਸ੍ਰੀ ਗੁਰੂ ਹਰਿਰਾਏ ਸਾਹਿਬ, ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਖੁਸ਼ ਹੁੰਦੇ ਗਏ। ਕਿਰਪਾ ਠਾਨ ਤੇ ਰਹੇ ਵਡੇਰੇ। ਕਿਰਪਾ ਠਾਨ ਤੇ ਰਹੇ ਵਡੇਰੇ। ਤੇ ਗੁਰੂ ਹਰਿਰਾਏ ਸਾਹਿਬ ਜੀ ਆਪਣੇ ਸਾਹਿਬਜ਼ਾਦੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੂੰ ਵੱਡਿਆਂ ਹੁੰਦਿਆਂ ਵੇਖ ਕੇ ਮਾਤਾ ਕ੍ਰਿਸ਼ਨ ਕੌਰ ਜੀ ਕਹਿੰਦੇ ਜਿਉਂ-ਜਿਉਂ ਸਰੀਰ ਵੱਧਦਾ ਗਿਆ, ਤਿਵੇਂ 7ਵੇਂ ਪਾਤਸ਼ਾਹ ਇਹਨਾਂ ਦੇ ਬਹੁਤ ਖੁਸ਼ ਹੁੰਦੇ ਗਏ। ਬਹੁਤ ਹੀ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਗਏ ਇਹਨਾਂ ਦੇ ਉੱਪਰ। ਜਬ ਤੇ ਰਾਮ ਰਾਏ ਚਲ ਆਇਓ। ਤੇ ਫਿਰ ਜਦੋਂ ਤੋਂ ਰਾਮ ਰਾਏ
ਵੇਖੋ ਦਿੱਲੀ ਵਿੱਚ ਚੱਲ ਕੇ ਆਇਆ, ਸਤਿਗੁਰਾਂ ਨੇ ਭੇਜਿਆ ਚੰਗੇ ਕਰਨ ਵਾਸਤੇ ਸੀ, ਪਰ ਇੱਥੇ ਆ ਕੇ ਉਲਟ ਕਰਨ ਲੱਗ ਪਿਆ। ਨਿਜ ਕਰਤੂਤ ਇਹਾਂ ਬਿਦਤਾਇਓ। ਆ ਜਿਹਦੀਆਂ ਕਰਤੂਤਾਂ ਕਿਸੇ ਕੋ ਛਿਪੀਆਂ ਨਹੀਂ, ਪਤਾ ਹੀ ਆ ਨਾ ਸਾਰਿਆਂ ਨੂੰ ਵੀ ਕਿਵੇਂ ਗੁਰੂ ਨਾਨਕ ਦੇਵ ਸਾਹਿਬ ਦੀ ਬਾਣੀ 'ਚ ਵੀ ਫਰਕ ਪਾਤਾ ਰਾਮ ਰਾਏ ਨੇ। ਖਿਮਾ ਨ ਧੀਰਜ ਅਜਰਨ ਜਰਨ। ਨਾ ਕੋਈ ਛਿਮਾ ਦਾ ਸਹਾਰਨ ਸ਼ਕਤੀ ਦਾ ਗੁਣ ਸੀ, ਨਾ ਅੰਦਰ ਧੀਰਜ ਹੈ, ਨਾ ਅਜਰ ਨੂੰ ਜਰ ਸਕਿਆ। ਜੇ ਗੁਰਾਂ ਨੇ ਕਹਿਤਾ ਸੀ ਵੀ ਤੇਰੀ ਜ਼ਬਾਨ ਤੇ ਰਸਨਾ ਦੇ ਅਸੀਂ ਵਸਾਂਗੇ, ਇਹਦਾ ਭਾਵ ਇਹ ਤੇ ਨਹੀਂ ਸੀ ਵੀ ਜੋ ਮਰਜ਼ੀ ਬੋਲੀ ਜਾਵੇ ਮੂੰਹੋਂ। ਵੱਡੇ ਗੁਰ ਨ ਬਚ ਵਿਪਰੈ ਕਰਨ। ਵੱਡੇ ਸਤਿਗੁਰੂ ਆਪਣੇ ਗੁਰੂ ਹਰਿ ਸਾਹਿਬ ਤੇ ਉਹਨਾਂ ਤੋਂ ਵੱਡੇ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਬਚਨ, ਉਹਨਾਂ ਦੇ ਉਲਟ ਗੱਲ ਕੀਤੀ। ਉਹਨਾਂ ਮਿੱਟੀ ਮੁਸਲਮਾਨ ਕੀ ਕਹੀ ਸੀ, ਇਹਨੇ ਬੇਈਮਾਨ ਕੀ ਕਹਿ ਕੇ ਮਹਾਰਾਜ ਸਾਹਿਬ ਨੂੰ ਛੋਟਿਆਂ ਕਰਨਾ ਚਾਹਿਆ। ਸਕਲ ਬਾਤ ਸੁਨ ਹਿਰਦੈ ਵਿਚਾਰੀ। ਤੇ ਮਾਤਾ ਕ੍ਰਿਸ਼ਨ ਕੌਰ ਜੀ ਸੰਗਤ ਨੂੰ ਦੱਸਦੇ ਹਨ ਵੀ ਇਹ ਜਦੋਂ ਰਾਮ ਰਾਏ ਨੇ ਗਲਤ ਕੀਤਾ ਤੇ ਇਹਦੀ ਸਾਰੀ ਗੱਲ ਗੁਰੂ ਹਰਿ ਸਾਹਿਬ ਨੂੰ ਪਤਾ ਲੱਗੀ। ਜਦੋਂ ਉਹਨਾਂ ਨੇ ਸੁਣਿਆ ਤੇ ਸੁਣ ਕੇ ਵਿਚਾਰ ਕੀਤੀ। ਬੜ ਸੁਤ ਨਹਿ ਗਾਦੀ ਅਧਿਕਾਰੀ। ਵੀ ਜਿਹੜਾ ਸਾਡਾ ਵੱਡਾ ਪੁੱਤਰ ਹੈ, ਇਹਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਬਹਿਣ ਦੇ ਯੋਗ ਗੁਣ ਹੈ ਨਹੀਂ, ਇਹ ਗੁਰਤਾ ਗੱਦੀ ਦੇ ਲਾਇਕ ਬਿਲਕੁਲ ਨਹੀਂ ਹੈ। ਹੁਣ ਮਮ ਸੁਤ ਪਰ ਕਿਰਪਾ ਵਿਸ਼ੇਸ਼। ਤੇ ਉਸ ਵੇਲੇ ਮਾਤਾ ਜੀ ਕਹਿੰਦੇ ਫਿਰ ਰਾਮ ਰਾਏ ਨੂੰ ਲਾਂਭੇ ਕਰਤਾ ਸਤਿਗੁਰਾਂ ਨੇ, ਤੇ ਮੇਰੇ ਪੁੱਤਰ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਤੇ ਸਤਿਗੁਰੂ ਸਤਵੇਂ ਪਾਤਸ਼ਾਹ ਨੇ ਬਹੁਤ ਹੀ ਵਿਸ਼ੇਸ਼ ਕਿਰਪਾ ਕੀਤੀ। ਜਾਣਿਓ ਧਾਰ ਹੈ ਭਾਰ ਅਸ਼ੇਸ਼। ਤੇ ਇਸ ਤਰ੍ਹਾਂ ਜਾਣਿਆ ਵੀ ਜਾਣਿਓ ਧਾਰ ਹੈ ਭਾਰ ਅਸ਼ੇਸ਼। ਸਤਵੇਂ ਪਾਤਸ਼ਾਹ ਇਹ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੋ ਮੇਰੇ ਲਾਲ ਸਨ ਪੁੱਤਰ, ਮਾਤਾ ਕਹਿੰਦੀ ਇਹਨਾਂ ਵੱਲ ਵੇਖ ਕੇ ਸਤਿਗੁਰਾਂ ਜਾਣ ਲਿਆ ਵੀ ਇਹ ਲਾਇਕ ਨੇ, ਇਹਨਾਂ 'ਚ ਸਾਰੇ ਗੁਣ ਨੇ। ਤੇ ਸਰੀਰ ਭਾਵੇਂ ਛੋਟਾ ਏ ਪਰ ਵੱਡੀ ਗੁਰਤਾ ਗੱਦੀ ਦਾ ਭਾਰ ਸਾਰਾ ਇਹ ਝੱਲ ਲੈਣਗੇ, ਅਜਰ ਨੂੰ ਜਰ ਲੈਣਗੇ। ਅੰਤ ਸਮਾਂ ਜਬ ਆਪਨ ਨਿਹਾਰਾ। ਤੇ ਇਸ ਤਰ੍ਹਾਂ ਸਾਧ ਸੰਗਤ ਜੀ ਜਦੋਂ ਸਤਵੇਂ ਪਾਤਸ਼ਾਹ ਨੇ ਆਪਣਾ ਅੰਤਮ ਸਮਾਂ ਵੇਖਿਆ ਵੀ ਹੁਣ ਸਾਡਾ ਸਰੀਰ ਤਿਆਗਣ ਦਾ ਸਮਾਂ ਏ, ਇਨ ਕੋ ਆਪਣੇ ਥਾਨ ਬਿਠਾਰਾ। ਤੇ ਇਹਨਾਂ ਨੂੰ ਭਾਵ ਮੇਰੇ ਪੁੱਤਰ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਾਂ ਨੇ ਗੁਰਤਾ ਗੱਦੀ ਦੇ ਤਖਤ ਤੇ ਬਿਠਾ ਦਿੱਤਾ ਆਪਣੀ ਜਗ੍ਹਾ। ਪੰਜ ਬਰਖ ਦੋਇ ਮਾਸ ਬਿਤਾਏ। ਜਿਸ ਦਿਨ ਗੁਰਿਆਈ ਤੇ ਬੈਠੇ ਸਨ 5 ਸਾਲ ਤੇ 2 ਮਹੀਨੇ ਉਮਰ ਬਤੀਤ ਹੋਈ ਸੀ। ਦਿਨ 29 ਬੈਸ ਕੇ ਭਏ। ਤੇ 29 ਦਿਨ ਸਨ, 5 ਸਾਲ 2 ਮਹੀਨੇ 29 ਦਿਨ ਸਨ ਸ੍ਰੀ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਸਰੀਰ ਦੇ, ਜਿਸ ਵੇਲੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਤਖਤ ਤੇ ਬਿਰਾਜਮਾਨ ਹੋਏ। ਸਮਾਂ ਵਿਚਾਰਨ ਕਰ ਕੈ ਨੀਕਾ। ਤੇ ਮਾਤਾ ਜੀ ਕਹਿੰਦੇ ਚੰਗਾ ਨੀਕਾ ਬਹੁਤਾ ਵਧੀਆ ਸਮਾਂ ਵਿਚਾਰ ਕੇ ਗੁਰੂ ਹਰਿ ਸਾਹਿਬ ਜੀ ਨੇ ਮਮ ਸੁਤ ਕੋ ਦੀਨੋ ਸ਼ੁਭ ਟੀਕਾ। ਮੇਰੇ ਪੁੱਤਰ ਨੂੰ ਸ਼ੁਭ ਗੁਰਤਾ ਗੱਦੀ ਦਾ ਤਿਲਕ ਬਖਸ਼ ਦਿੱਤਾ। ਆਪ ਗੁਰੂ ਬੈਕੁੰਠ ਸਿਧਾਏ। ਤੇ ਆਪ ਗੁਰੂ ਹਰਿ ਸਾਹਿਬ ਮਹਾਰਾਜ ਜੀ ਬੈਕੁੰਠ ਨੂੰ ਸੱਚਖੰਡ ਨੂੰ ਚਲੇ ਗਏ। ਸ੍ਰੀ ਹਰਿਕ੍ਰਿਸ਼ਨ ਜੋਤ ਸਭ ਪਾਏ। ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਜੋ ਜੋਤ ਸੀ ਗੁਰੂ ਮਹਾਰਾਜ ਦੀ ਉਹ ਪ੍ਰਾਪਤ ਕੀਤੀ। ਗੁਰਿਆਈ ਦੀ ਵਡਿਆਈ ਇਹਨਾਂ ਨੂੰ ਮਿਲ ਗਈ 8ਵੇਂ ਥਾਂ ਤੇ। ਜਗਤ ਬਿਖੈ ਕਛ ਜਾਏ ਨਿਸ਼ਾਨੀ। ਤੇ ਕਹਿੰਦੇ ਸਾਰੇ ਜਗਤ ਵਿੱਚ ਹੀ ਮਹਾਰਾਜ ਪ੍ਰਗਟ ਹੋਏ, ਸਤਿਗੁਰੂ ਸਾਹਿਬ ਕੋਈ ਛਿਪੇ ਨਹੀਂ ਰਹੇ। ਜੇ ਸਿੱਖ ਗਿਆਨੀ ਸਭ ਹਿਨ ਜਾਨੀ। ਜਿੰਨੇ ਵੀ ਸਿੱਖ ਗਿਆਨਵਾਨ ਸਨ ਸਾਰਿਆਂ ਨੇ ਜਾਣ ਲਿਆ ਵੀ 8ਵੇਂ ਥਾਂ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਗੁਰੂ ਬਣੇ ਹਨ। ਰਾਮ ਰਾਏ ਮਤ ਸਰ ਕੋ ਧਾਰ। ਤੇ ਵੇਖੋ ਜਦੋਂ ਇਹ ਬੈਠ ਗਏ ਨੇ ਗੁਰਿਆਈ ਤੇ ਮਾਤਾ ਜੀ ਦਿੱਲੀ ਦੀ ਸੰਗਤ ਨੂੰ ਕਹਿੰਦੇ ਨੇ ਵੀ ਰਾਮ ਰਾਏ ਜੋ ਵੱਡਾ ਭਰਾ ਸੀ ਉਹ ਖੁਸ਼ ਨਹੀਂ ਹੋਇਆ, ਸਗੋਂ ਉਲਟਾ ਈਰਖਾ ਹੀ ਧਾਰਨ ਕਰ ਲਈ। ਦੂਤੀ ਸ਼ਾਹੋ ਸਮੀਪ ਉਚਾਰ। ਤੇ ਈਰਖਾ ਵਾਸੋ ਰੰਗ ਜੇਬ ਦੇ ਕੁਲ ਚੁਗਲੀਆਂ ਕਰਦਾ ਰਿਹਾ, ਚੁੱਕਣਾ ਦਿੰਦਾ ਰਿਹਾ ਹਰ ਸਮੇਂ। ਜਿਉ ਕੋ ਕਹੇ ਠਾਂ ਬੁਲਵਾਏ। ਜਿਵੇਂ ਕਿਵੇਂ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਇੱਥੇ ਦਿੱਲੀ ਵਿੱਚ ਬੁਲਵਾ ਲੈਣਾ ਕੀਤਾ। ਸਗਰੀ ਸੰਗਤ ਮਿਲੀ ਮਨਾਏ। ਤੇ ਜਦੋਂ ਇੱਥੇ ਆਏ ਨੇ ਫੇਰ ਸਾਰੀ ਸੰਗਤ ਉਹਨਾਂ ਨੂੰ ਗੁਰੂ ਜਾਣ ਕੇ ਮਿਲੀ ਆ, ਸਾਰਿਆਂ ਨੇ ਉਹਨਾਂ ਦੀ ਪੂਜਾ ਕੀਤੀ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਸਭ ਦਿੱਲੀ ਨਿਵਾਸੀਆਂ ਨੇ ਸਨਮਾਨ ਕੀਤਾ। ਦੇਖ ਪ੍ਰਭਾਵ ਸ਼ਰਾਬ ਤਬ ਕਹਿਓ। ਤੇ ਮਾਤਾ ਜੀ ਕਹਿੰਦੇ ਫਿਰ ਇਹਨਾਂ ਦਾ ਪ੍ਰਭਾਵ ਵੇਖ ਕੇ ਵੇਖੋ ਸ਼ਰਾਬ ਹੀ ਦੇ ਦਿੱਤਾ ਵੀ ਇਹ ਸੀਤਲਾ ਨਾਲ ਹੀ ਚੜ੍ਹਾਈ ਕਰਨਗੇ। ਸਮਚਿਤ ਮਮ ਸਤ ਸੋ ਸਭ ਸਹਿਓ। ਤੇ ਮਾਤਾ ਕ੍ਰਿਸ਼ਨ ਕੌਰ ਜੀ ਦੱਸ ਰਹੇ ਨੇ ਸਾਰਾ ਹਾਲ ਜੋ ਦਿੱਲੀ ਦੀ ਸੰਗਤ ਪੁੱਛਦੀ ਹੈ
ਵੀ ਵੇਖੋ ਵੀ ਰਾਮ ਰਾਏ ਨੇ ਪਹਿਲਾਂ ਆਪ ਹੀ ਤਾਂ ਸੱਦਿਆ ਸੀ ਇੱਥੇ, ਜੇ ਇੱਥੇ ਆ ਗਏ ਆ ਤੇ ਉਹਨਾਂ ਦਾ ਪ੍ਰਭਾਵ ਨਹੀਂ ਜਰ ਸਕਿਆ, ਫਿਰ ਸ਼ਰਾਪ ਦੇ ਦਿੱਤਾ। ਫਿਰ ਜੇ ਸ਼ਰਾਪ ਦਿੱਤਾ ਫਿਰ ਵੀ ਮੇਰੇ ਪੁੱਤਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਚਿੱਤ ਦੇ ਵਿੱਚ ਸਮਚਿੱਤ ਰਹਿ ਕੇ ਇਹ ਸਾਰਾ ਹੀ ਸ਼ਰਾਪ ਦੁੱਖ ਝੱਲਣਾ ਕੀਤਾ। ਦੋਏ ਬਰਖ ਹਰ 5 ਮਹੀਨੇ, ਦੋਏ ਬਰਖ ਹਰ 5 ਮਹੀਨੇ। ਤੇ ਮਾਤਾ ਜੀ ਕਹਿੰਦੇ ਵੀ ਇਸ ਤਰ੍ਹਾਂ ਗੁਰਿਆਈ ਤੇ ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਿਰਾਜਮਾਨ ਹੋਏ 2 ਸਾਲ ਤੇ 5 ਮਹੀਨੇ ਦਾ ਸਮਾਂ, ਦਿਨ 19 ਗੁਰਤਾ ਪਦ ਲੀਨੇ। ਤੇ 19 ਦਿਨ 2 ਸਾਲ 5 ਮਹੀਨੇ ਤੇ 19 ਦਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਰਹੇ। ਅਬ ਮੋਕੋ ਦੁਖ ਦਵੇ ਕਰ ਗਏ, ਤੇ ਫਿਰ ਵੇਖੋ ਹੁਣ ਮੈਨੂੰ ਕੱਲੀ ਦਖਿਆਰੀ ਨੂੰ ਛੱਡ ਕਰਕੇ ਅਬ ਮੋਕੋ ਦੁਖ ਦੇ ਕਰ ਗਏ, ਮੈਨੂੰ ਦੁਖੀ ਕਰਕੇ। ਮਾਂ ਦਾ ਕਾਹਦਾ ਜੀਣਾ ਹੈ ਪੁੱਤਰ ਬਾਝੋਂ ਵਿਛੋੜਾ ਦੇ ਕੇ ਚਲੇ ਗਏ ਹਨ। ਇਸ ਪਾਸਰ ਸਿਮਰੋਂ ਸੁਖ ਸਏ, ਰਾਤ ਦਿਨ ਉਹਨਾਂ ਨੂੰ ਹੁਣ ਮੈਂ ਸਿਮਰਦੀ ਚੇਤੇ ਕਰਦੀ ਆ ਜਿਨ੍ਹਾਂ ਕਰਕੇ ਮੈਨੂੰ ਸੁਖ ਮਿਲਦੇ ਸਨ। ਕ੍ਰਿਸ਼ਨ ਕੋਇਰ ਗੁਰ ਮਾਤਾ, ਇਸ ਤਰ੍ਹਾਂ ਆਪਣੇ ਪੁੱਤਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਬਾਬਤ ਜਨਮ ਤੋਂ ਹੀ ਸਾਰੀ ਕਥਾ ਸੰਗਤ ਨੂੰ ਕਹਿੰਦਿਆਂ ਹੋਇਆਂ ਗੁਰੂ ਸਾਹਿਬ ਦੇ ਮਾਤਾ ਜੀ ਨੇ ਬਿਲੋਚਨ ਤੇ ਜਲ ਜਤਾ, ਇੱਕਦਮ ਹੀ ਫਿਰ ਕਹਿੰਦੇ ਮਨ ਭਾਰੇ ਆਇਆ, ਵੈਰਾਗ ਵਿੱਚ ਆ ਗਏ, ਨੇਤਰਾਂ ਦੇ ਵਿੱਚੋਂ ਜਲ ਵਹਿਣ ਲੱਗ ਪਿਆ। ਸੰਕਟ ਬਹੁ ਵਿਆਕਲ ਹੋਈ, ਇਹ ਸੁਣ ਕਰਕੇ ਸਾਰੀ ਸੰਗਤ ਵੀ ਬੜੀ ਵਿਆਕਲ ਦੁਖੀ ਹੋਈ। ਮਾਤਾ ਦਾ ਹਉਕਾ ਦੁੱਖ ਨਾ ਜਰਿਆ ਗਿਆ। ਧੀਰ ਬੰਧਾਏ ਬੰਦ ਕਰ ਦੋਈ, ਸਾਰੀ ਸੰਗਤ ਹੱਥ ਜੋੜ ਕੇ ਮਾਤਾ ਜੀ ਨੂੰ ਧੀਰਜ ਦੇ ਬਚਨ ਕਹਿੰਦੇ ਹਨ। ਹੇ ਮਾਤਾ ਸਭ ਵਿਦ ਸਮਰੱਥ, ਹੇ ਮਾਤਾ ਜੀ ਤੁਸੀਂ ਏਦਾਂ ਵੈਰਾਗ ਕਿਉਂ ਕਰਦੇ ਹੋ? ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤਾਂ ਸਰਬ ਸ਼ਕਤੀਆਂ ਦੇ ਮਾਲਕ ਸਮਰੱਥ ਸਨ। ਤਨ ਤਿਆਗਨ ਰੱਖਨ ਜਿਨ ਹੱਥ, ਸਰੀਰ ਨੂੰ ਤਿਆਗਣਾ ਜਾਂ ਰੱਖ ਲੈਣਾ ਜਿਨ੍ਹਾਂ ਸਤਿਗੁਰਾਂ ਦੇ ਹੱਥ ਵੱਸ ਹੀ ਸਾਰਾ ਕੁਝ। ਕਛੂ ਨ ਕਹਿਬੋ ਕੋ ਤਿਨ ਕੋ ਬਨੈ, ਕਛੂ ਨਾ ਕਹਿਬੋ ਤਿਨ ਕੋ ਬਨੈ, ਉਹਨਾਂ ਦੇ ਬਾਰੇ ਕੁਝ ਕਹਿਣਾ ਬਣਦਾ ਹੀ ਨਹੀਂ, ਕੁਝ ਅਸੀਂ ਕਹਿ ਹੀ ਨਹੀਂ ਸਕਦੇ। ਗੁਰ ਸਰਬੱਗ ਸੋ ਅਜ਼ਮਤ ਸਨੈ, ਸਾਰੀਆਂ ਸ਼ਕਤੀਆਂ ਦੇ ਸਮੇਤ ਸਨ, ਸਰਬੱਗ ਸਨ, ਸਭ ਤਾਕਤਾਂ ਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਮਾਲਕ ਸਨ। ਕਾਂ ਸ਼ੋਕ ਤਿਨ ਕੋ ਅਬ ਕਰੀਐ, ਉਹਨਾਂ ਦੇ ਉੱਪਰ ਕਾਹਦੇ ਲਈ ਤੁਸੀਂ ਸ਼ੋਕ ਕਰਦੇ ਹੋ? ਕਾਹਦੇ ਲਈ ਤੁਸੀਂ ਮਾਤਾ ਜੀ ਹੁਣ ਵੈਰਾਗ ਕਰਦੇ ਹੋ? ਪਰਮ ਧਾਮ ਨਿਜ ਗਏ ਵਿਚਰੀਐ, ਇਸ ਤਰ੍ਹਾਂ ਵਿਚਾਰੋ ਵੀ ਮਹਾਰਾਜ ਆਪਣੇ ਧਰਮ ਦੇ ਧਾਮ ਦੇ ਵਿੱਚ ਸੱਚਖੰਡ ਵਿੱਚ ਚਲੇ ਗਏ ਹਨ। ਰਾਮ ਰਾਏ ਕੇ ਸੀਸ ਕਲੰਕ, ਤੇ ਕੋਈ ਨਹੀਂ ਹੈ ਜੇ ਰਾਮ ਰਾਏ ਨੇ ਈਰਖਾ ਕੀਤੀ ਸੀ ਉਹਦੇ ਵੀ ਤਾਂ ਸਿਰ ਤੇ ਕਾਲ ਖਲਾ ਕੇ ਕਲੰਕ ਲਾ ਕੇ ਹੀ ਮਹਾਰਾਜ ਗਏ ਹਨ। ਤੇ ਕਰ ਤਿਆਗਿਓ ਦੇਹ ਨਿਸ਼ੰਕ, ਤੇ ਕਲੰਕ ਲਾ ਕਰਕੇ ਹੀ ਦੇ ਕਰ ਤਿਆਗਿਓ ਦੇਹ ਨਿਸ਼ੰਕ, ਕਲੰਕ ਲਾ ਕੇ ਰਾਮ ਰਾਏ ਨੂੰ ਨਿਸ਼ੰਗ ਹੋ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਸਰੀਰ ਤਿਆਗਤਾ। ਮਸਤਕ ਟੇਕਨ ਹਮਰੋ ਬਨੈ, ਤੇ ਮਾਤਾ ਜੀ ਸਾਡਾ ਤਾਂ ਮਹਾਰਾਜ ਨੂੰ ਮੱਥਾ ਹੀ ਟੇਕਿਆ ਬਣਦਾ ਹੈ, ਸਤਿਗੁਰਾਂ ਅੱਗੇ ਕੁਝ ਕਹਿ ਨਹੀਂ ਸਕਦੇ। ਬੈਠ ਬੈਠ ਗੁਰ ਕੇ ਗੁਣ ਭਨੈ, ਤੇ ਬੈ ਕਰਕੇ ਸੰਗਤ ਰੂਪ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਗੁਣ ਉਚਾਰਨ ਕਰੀਏ, ਮਹਾਰਾਜ ਦੀ ਮਹਿਮਾ ਕਹੀਏ। ਸਦਾ ਸਹਾਇਕ ਜਹ ਕਹਿ ਹੋਏ, ਸਦਾ ਹੀ ਮਹਾਰਾਜ ਜਿੱਥੇ ਕਿੱਥੇ ਵੀ ਆਪਣੇ ਸੇਵਕਾਂ ਦੇ ਸਹਾਇਕ ਹੋਏ ਨੇ ਤੇ ਹੋਣਗੇ ਤੇ ਹੁੰਦੇ ਵੀ ਹਨ। ਸਿਮਰੇ ਹਾਜ਼ਰ ਸਭ ਦਿਨ ਸੋਏ, ਹਰ ਵੇਲੇ ਮਹਾਰਾਜ ਹਾਜ਼ਰ ਨਾਜ਼ਰ ਨੇ, ਜਿਹੜਾ ਵੀ ਸਿਮਰਨ ਕਰੇ ਉਹਦੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਦਦ ਕਰਦੇ ਨੇ। ਤਿਮ ਕਹੇ ਧੀਰਜ ਦੇ ਸਭ ਗਏ, ਇਸ ਤਰ੍ਹਾਂ ਧੀਰਜ ਦੇ ਬਚਨ ਕਹੇ ਦਿੱਲੀ ਦੀਆਂ ਸੰਗਤਾਂ ਨੇ ਬਚਨ ਬਲਾਸ ਕਰਕੇ ਫਿਰ ਆਪੋ ਆਪਣੇ ਘਰਾਂ ਨੂੰ ਚਲੇ ਗਏ। ਔਰ ਜੇ ਸੰਗਤ ਜੇ ਸਿੱਖ ਆਏ, ਜੋ ਵੀ ਦਿੱਲੀਪੁਰੀ ਦੀ ਸੰਗਤ ਦੇ ਸਿੱਖ ਮਹਾਰਾਜ ਸਾਹਿਬ ਜੀ ਦੇ ਚਲਾਣੇ ਤੋਂ ਬਾਅਦ ਮਾਤਾ ਜੀ ਨਾਲ ਬਚਨ ਬਲਾਸ ਕਰਨ ਆਏ ਸਨ। ਦੋਹਰਾ ਸੰਮਤ 17 ਸਹਿ ਬਿਤੇ, ਜਿਸ ਵੇਲੇ ਮਹਾਰਾਜ ਸਾਹਿਬ ਸੱਚਖੰਡ ਗਏ ਨੇ ਸੰਮਤ 17 ਸਹਿ ਬਿਤੇ, 1700 ਬਿਕਰਮੀ ਸੰਮਤ ਸੀ। ਪਨ ਉਪਰ 1 ਇੱਕ ਤੇ 20 ਭਾਵ 1721 ਬਿਕਰਮੀ ਸੰਮਤ। ਚੇਤ ਸੁਦੀ
14 ਹੋਤੇ। ਚੇਤ ਸੁਦੀ ਚੇਤ ਮਹੀਨੇ ਦੀ 14 ਸੀ ਉਸ ਵੇਲੇ। ਵਾਰ ਨੰਦ ਰਜਨੀਸ਼ ਤੇ ਵਾਰ ਨੰਦ ਰਜਨੀਸ਼, ਰਜਨੀ ਦਾ ਈਸ਼ ਕੀ ਹੈ? ਚੰਦਰਮਾ। ਚੰਦਰਮਾ ਦਾ ਪੁੱਤਰ ਮੰਨਦੇ ਨੇ ਬੁੱਧ ਨੂੰ। ਬੁੱਧਵਾਰ ਨੂੰ ਚੇਤ ਸੁਦੀ 14 ਵਾਲੇ ਦਿਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੱਚਖੰਡ ਨੂੰ ਗਏ। ਜਿੱਦਣ ਅਵਤਾਰ ਹੋਇਆ ਉਦਣ ਵੀ ਇਤਿਹਾਸਕਾਰ ਕਹਿੰਦੇ ਬੁੱਧਵਾਰ ਸੀ। ਚੌਪਾਈ ਸ਼੍ਰੀ ਹਰਿਕ੍ਰਿਸ਼ਨ ਬਾਲ ਬੈ ਧਾਰੇ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਬਾਲਕ ਉਮਰ ਧਾਰਨ ਕਰਕੇ ਬਹੁ ਕਾਰਨ ਕੋ ਹਿਰਦੇ ਵਿਚਾਰੇ। ਜੋ ਛੋਟੀ ਉਮਰ ਵਿੱਚ ਹੀ ਸੱਚਖੰਡ ਗਏ ਨੇ, ਇਹਦੇ ਵਾਸਤੇ ਕਹਿੰਦੇ ਬਹੁਤੇ ਕਾਰਨ ਸਨ ਜੋ ਮਹਾਰਾਜ ਨੇ ਆਪਣੇ ਹਿਰਦੇ ਦੇ ਵਿੱਚ ਵਿਚਾਰੇ ਵੀ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਦੀ ਰੱਖਿਆ ਲਈ ਸਿਰ ਦੇਣਾ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਸਾਜਣਾ। ਤੇ ਸਤਿਗੁਰਾਂ ਵਿਚਾਰਿਆ ਸੀ ਜੇ ਅਸੀਂ ਜਾਵਾਂਗੇ ਤਾਂ ਫੇਰ ਹੀ ਇਹ ਸਾਰੇ ਕਾਰਜ ਜੋ ਕਰਨਗੇ ਨਾ। ਇਹ ਕਾਰਨ ਹਿਰਦੇ 'ਚ ਵਿਚਾਰ ਕੇ ਪਰਮ ਧਾਮ ਬੈਕੁੰਠ ਪਧਾਰੇ। ਜੋ ਵੱਡਾ ਘਰ ਹੈ ਸੱਚਖੰਡ, ਉੱਥੇ ਮਹਾਰਾਜ ਚਲੇ ਗਏ। ਜੋ ਸਤ ਸੰਗਤ ਕੋ ਬਹੁ ਪਿਆਰੇ। ਜਿਹੜੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਤ ਸੰਗਤ ਨੂੰ ਬਹੁਤ ਹੀ ਪਿਆਰੇ ਤੇ ਚੰਗੇ ਲੱਗਦੇ ਸਨ। 8ਵੇਂ ਪਾਤਸ਼ਾਹ 3 ਦਿਵਸ ਪੁਨ ਪੀਤੇ ਜਬ ਹੂੰ। ਇਸ ਤਰ੍ਹਾਂ ਜਦੋਂ 3 ਦਿਨ ਮਹਾਰਾਜ ਦੇ ਸੱਚਖੰਡ ਗਿਆ ਬਤੀਤ ਹੋ ਗਏ ਸੰਸਕਾਰ ਤੋਂ ਬਾਅਦ। ਮਿਲੇ ਪਸੰਦ ਆਸ ਸਿੱਖ ਸਭ ਹੂੰ। ਜਿੰਨੇ ਵੀ ਮੁਖੀ ਮਸੰਦ ਤੇ ਹੋਰ ਸਿੱਖ ਇਕੱਠੇ ਹੋ ਕੇ ਮਾਤਾ ਜੀ ਕੋ ਆਏ। ਪੁਸ਼ਪ ਬਿਨੀ ਬੇਕਾਰਨ ਗਏ। ਕਹਿੰਦੇ ਮਾਤਾ ਜੀ ਅੰਗੀਠਾ ਠੰਡਾ ਹੋ ਗਿਆ ਹੋਣਾ ਹੈ ਹੁਣ, ਕਿਉਂਕਿ ਠੰਡੀ ਜੀ ਰੋਟੀ ਹੈ ਮਿੱਠੀ ਜੀ, ਤੇ ਆਪਾਂ ਮਹਾਰਾਜ ਸਾਹਿਬ ਦੇ ਫੋਲੀ ਸਰੀਰ ਦੇ ਚੋਣ ਆਈਏ। ਸੋਕਾ ਕੁਲ ਗੁਰ ਸਿਮਰਤ ਭਏ। ਇਸ ਤਰ੍ਹਾਂ ਬਚਨ ਕਰਕੇ ਫਿਰ ਜਿੱਥੇ ਮਹਾਰਾਜ ਦਾ ਅੰਗੀਠਾ ਸੀ ਬੜੇ ਸ਼ੋਕ ਦੇ ਸਹਿਤ, ਵੈਰਾਗ ਦੇ ਸਹਿਤ, ਬੇਚੈਨ ਦੇ ਹੋ ਕਰਕੇ ਸਾਰੇ ਮਿਲ ਜੁਲ ਕੇ ਗੁਰੂ ਸਾਹਿਬ ਨੂੰ ਚੇਤੇ ਕਰਦੇ ਹੋਏ ਤੇ ਸਤਿਗੁਰਾਂ ਦੇ ਜੋ ਅਸਥਾਨ ਚੁਣਨ ਵਾਸਤੇ ਗਏ ਹਨ। ਦੇਖ ਰਹੇ ਕੁਛ ਹੱਥ ਨਾ ਆਏ। ਪਰ ਜਦੋਂ ਇਹਨਾਂ ਨੇ ਰਾਖ ਵਿੱਚ ਹੱਥ ਮਾਰਿਆ ਆਪਣੀ ਵੱਲੋਂ ਤਾਂ ਸਰੀਰ ਦੀਆਂ ਹੱਡੀਆਂ ਜੋ ਹੁੰਦੀਆਂ ਨੇ ਫੁੱਲ ਜਿਨ੍ਹਾਂ ਨੂੰ ਕਹਿ ਦਿੰਦੇ, ਉਹ ਚੁਣਨ ਦੇ ਵਾਸਤੇ ਯਤਨ ਕੀਤਾ। ਹੱਥ ਮਾਰ ਕੇ ਵੇਖਦੇ ਰਹੇ ਪਰ ਕੁਝ ਵੀ ਮਹਾਰਾਜ ਦਾ ਅਸਤ ਨਾ ਹੱਥ ਵਿੱਚ ਆਇਆ। ਸਮਸ ਕੇਲਤ ਸਭ ਬਿਸਮਾਏ। ਆਪ ਸਾਰੇ ਵੇਖ ਰਿਹਾ ਵੀ ਇਹਦੇ ਸਵਾਈ ਹੈ, ਭਸਮ ਹੀ ਭਸਮ ਹੈ, ਕੋਈ ਮਹਾਰਾਜ ਦੇ ਸਰੀਰ ਦਾ ਹੱਡ ਕੋਈ ਫੁੱਲ ਨਜ਼ਰ ਹੀ ਨਹੀਂ ਆ ਰਿਹਾ। ਇਹ ਵੇਖ ਕਰਕੇ ਬੜੇ ਹੈਰਾਨ ਹੋਏ। ਕਰਨ ਤਨੂਜਾ ਨੀਰ ਮਝਾਰੀ। ਫਿਰ ਇਉਂ ਕੀਤਾ ਵੀ ਸਾਰਾ ਅੰਗੀਠਾ ਹੀ ਇਕੱਠਾ ਕਰ ਲਿਆ। ਇਹ 10ਵੇਂ ਪਾਤਸ਼ਾਹ ਨੇ ਫਿਰ ਮਰਿਆਦਾ ਹੀ ਬੰਨਤੀ ਸੀ। ਸਤਿਗੁਰਾਂ ਕਿਹਾ ਸਾਡਾ ਅੰਗੀਠਾ ਨਾ ਫੋਲਿਓ, ਜਿੰਨੀ ਰਾਖ ਹੈ ਸਾਰੀ ਇਕੱਠੀ ਕਰਕੇ ਜਲ ਪ੍ਰਵਾਹ ਕਰਨੀ ਹੈ, ਸੰਭਾਲਣੀ ਹੈ। ਤੇ ਖਾਲਸੇ ਦੀ ਫਿਰ ਮਰਿਆਦਾ ਵੀ ਹੋ ਗਈ। ਜਿਹੜੇ ਗੁਰਸਿੱਖ ਨੇ ਨਾ, ਜਿਹੜੇ ਸਤਿਗੁਰੂ ਦੀ ਮਰਿਆਦਾ ਮੰਨਦੇ ਆ, ਉਹ ਤਾਂ ਕੋਈ ਪੁਰਾਣੀ ਚੜ੍ਹਾਈ ਕਰੇ ਉਹਦਾ ਸਾਰਾ ਅੰਗੀਠਾ ਹੀ ਹੂੰਜਦੇ ਆ, ਵਿੱਚੋਂ ਕੋਈ ਹੱਡ ਕੋਈ ਕਿਸੇ ਤਰ੍ਹਾਂ ਦਾ ਫੁੱਲ ਨਹੀਂ ਚੁਣਦੇ। ਜਿਹੜੇ ਚੁਣਦੇ ਆ ਉਹ ਬਿਲਕੁਲ ਮਨਮਤੀਏ ਹਨ। ਖਾਸ ਕਰਕੇ ਨਿਹੰਗ ਸਿੰਘ ਤਾਂ ਬਿਲਕੁਲ ਅੰਗੀਠੇ 'ਚ ਨਹੀਂ ਹੱਥ ਲਾਉਣ ਦਿੰਦੇ ਸਾਧ ਸੰਗਤ। ਹੋਰ ਤਾਂ ਹਾਲਾਂ ਮਨਮਤਾਂ ਕਰੀ ਜਾਂਦੇ ਕਈ ਸਿੱਖ ਅਖਵਾ ਕੇ ਵੀ, ਪਰ ਉਹ ਨਹੀਂ ਅੰਗੀਠੇ ਦੇ ਵਿੱਚ ਹੱਥ ਲਾਉਣ ਦਿੰਦੇ। ਸਾਰਾ ਇਕੱਠਾ ਹੀ ਹੁੰਦੇ ਨੇ, ਬੋਰੀਆਂ ਵਿੱਚ ਭਰ ਲੈਂਦੇ ਜਿੰਨੀ ਵੀ ਰਾਖ ਹੋਵੇ ਵਿਭੂਤੀ ਹੋਵੇ, ਤੇ ਸਾਰੀ ਹੀ ਜਾ ਕਰਕੇ ਦਰਿਆਏ ਸਪੁਰਦ ਕਰਦੇ ਹਨ। ਮਰਿਆਦਾ ਵੀ ਖਾਲਸੇ ਦੀ ਇਹ ਹੈ, ਅੰਗੀਠੇ ਨੂੰ ਨਹੀਂ ਫੋਲਣਾ। ਜੇ ਕੋਈ ਪੁਰਾਣੀ ਚੜ੍ਹਾਈ ਕਰੀ ਗਿਆ ਉਹਦਾ ਸਾਰਾ ਅੰਗੀਠਾ ਹੀ ਜਿਹੜਾ ਜਲ ਪ੍ਰਵਾਹ ਕਰਨਾ ਚਾਹੀਦਾ ਹੈ। ਇਹ ਨਿਯਮ ਹੈ। ਪਹਿਲਾਂ ਲੋਕ ਫੁੱਲ ਚੁਣਦੇ ਸਨ, ਹੁਣ ਵੀ ਚੁਣਦੇ ਹਨ ਬੇਮਤੀਏ ਜੇ ਮਨਮਤੀਏ ਜੇ ਲੋਕ। ਪਰ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਜਦੋਂ ਅੰਗੀਠਾ ਵੇਖਣ ਲੱਗੇ ਤਾਂ ਉਹਦੇ ਵਿੱਚੋਂ ਕੋਈ ਅਸਥੀ ਨਹੀਂ ਨਿਕਲਿਆ। ਫਿਰ ਸਾਰੀ ਹੀ ਰਾਖ ਇਕੱਤਰ ਕਰਕੇ ਜੋ ਨੇੜੇ ਹੀ ਵਹਿੰਦੀ ਹੋਈ ਸਾਧ ਸੰਗਤ ਜੀ ਤਰਨ ਤਨੂਜਾ ਨੀਰ ਮਝਾਰੀ, ਜੋ ਸੂਰਜ ਦੀ ਪੁੱਤਰੀ ਮੰਨੀ ਹੈ ਸਨਾਤਨ ਧਰਮੀਆਂ ਨੇ, ਜਮਨਾ ਨਦੀ, ਉਹਦੇ ਪਾਣੀ ਦੇ ਅੰਦਰ ਸਕਲ ਮੇਲ ਕਰ ਬੰਧਨ ਧਾਰੀ। ਸਾਰਾ ਅੰਗੀਠਾ ਹੀ ਜਲ ਪ੍ਰਵਾਹ ਕਰ ਦਿੱਤਾ। ਮਹਾਰਾਜ ਸਾਹਿਬ ਜੀ ਨੂੰ ਨਮਸਕਾਰ ਕੀਤੀ ਬੈਠ ਕਰਕੇ। ਸਭ ਸੰਗਤ ਪੁਨ ਮਾਤਾ ਪਾਸ। ਇਸ ਤਰ੍ਹਾਂ ਅੰਗੀਠਾ ਜਲ ਪ੍ਰਵਾਹ ਕੀਤਾ, ਮਿਲ ਮਿਲਾ ਕੇ ਨਮਸਕਾਰ ਕਰਕੇ ਅਰਦਾਸ ਕਰਕੇ ਸਾਰੀ ਸੰਗਤ ਮਾਤਾ ਕ੍ਰਿਸ਼ਨ ਕੌਰ ਜੀ ਦੇ ਕੋਲ ਆਏ। ਬੈਠਤ ਬੋਲਤ ਸ਼ੋਕ ਪ੍ਰਕਾਸ਼। ਸ਼ੋਕ ਦੇ ਵੈਰਾਗ ਦੇ ਵਚਨ ਮਿਲ ਕਰਕੇ ਮਾਤਾ ਜੀ ਨਾਲ ਪ੍ਰਗਟ ਕਰਦੇ ਹਨ। ਇੱਕ ਦੋ ਬਾਰੀ ਜੈਪੁਰ ਨਾਥ। ਤੇ ਜਦੋਂ
ਮਹਾਰਾਜ ਚਲੇ ਗਏ ਉਸ ਸਮੇਂ ਦੇ ਵਿੱਚ ਇੱਕ ਦੋ ਵਾਰ ਅੰਬਰ ਸ਼ਹਿਰ ਦਾ ਜੋ ਮਾਲਕ ਹੈ ਮਿਰਜ਼ਾ ਰਾਜਾ ਜੈ ਸਿੰਘ ਬੈਠਿਓ ਆਏ ਬੰਦ ਕਰ ਹਾਥ ਇਹ ਵੀ ਮਾਤਾ ਜੀ ਦੇ ਕੋਲ ਨਮਸਕਾਰ ਕਰਕੇ ਆ ਕੇ ਬੈਠ ਗਿਆ। ਕ੍ਰਿਸ਼ਨ ਕੋਇਰ ਕੋ ਬੰਧਨ ਕੀ ਮਾਤਾ ਕ੍ਰਿਸ਼ਨ ਕੌਰ ਜੀ ਨੂੰ ਮੱਥਾ ਟੇਕਿਆ ਜੈ ਸਿੰਘ ਰਾਜੇ ਨੇ। ਕਹੇ ਬਹੁ ਰੀਤ ਧੀਰ ਔਰ ਦੀਨ ਤੇ ਬਹੁਤ ਧੀਰਜ ਦੇ ਵਚਨ ਕੀਤੇ ਮਾਤਾ ਜੀ ਦੇ ਨਾਲ, ਬਹੁਤ ਢੰਗ ਦੇ ਵਚਨ ਕਹਿ ਕੇ ਮਾਤਾ ਜੀ ਆਪ ਸਾਥੋਂ ਵੱਡੇ ਹੋ, ਸਿਆਣੇ ਹੋ, ਗੁਰੂ ਮਹਾਰਾਜ ਸਾਹਿਬ ਜੀ ਦੇ ਘਰ ਵਿੱਚ ਹੋ, ਪਰ ਫਿਰ ਵੀ ਤੁਸੀਂ ਹੌਸਲਾ ਰੱਖੋ ਹੁਣ ਸਭ ਹਨ ਕੇ ਅਤਸ਼ੈ ਪਿਆਰੇ ਕਿਉਂਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਾਰਿਆਂ ਦੇ ਬੜੇ ਪਿਆਰੇ ਸਨ। ਸਾਰੀ ਸੰਗਤ ਉਹਨਾਂ ਨਾਲ ਬੜਾ ਪਿਆਰ ਮੁਹੱਬਤ ਕਰਦੀ। ਦਰਸ਼ਨ ਦੇ ਤਾਂ ਅਨੇਕ ਦੁਖ ਟਾਰੇ ਮਹਾਰਾਜ ਦੇ ਤਾਂ ਦਰਸ਼ਨ ਕਰਕੇ ਹੀ ਸਾਡੇ ਕਈ ਦੁੱਖ ਕੱਟੇ ਗਏ ਹਨ। ਔਰ ਮੈਂ ਘਰ ਘਰ ਕੀਰਤ ਹੋਈ ਸਾਰੀ ਦਿੱਲੀ ਸ਼ਹਿਰ ਦੇ ਵਿੱਚ, ਦਿੱਲੀਪੁਰੀ ਦੇ ਘਰ ਘਰ ਵਿੱਚ ਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਵਡਿਆਈ ਹੁੰਦੀ ਰਹੀ ਹੈ। ਦੋ ਜਮਨ ਨਿਵੈ ਜਿਨ ਦੋਈ ਭਾਵੇਂ ਕੋਈ ਹਿੰਦੂ ਆ ਭਾਵੇਂ ਜਮਨ ਮੁਸਲਮਾਨ ਹੈ, ਸਾਰੇ ਹੀ ਮਹਾਰਾਜ ਨੂੰ ਝੁਕਦੇ ਰਹੇ ਕਿਉਂਕਿ ਰੋਗ ਸਾਰਿਆਂ ਦੇ ਠੀਕ ਹੋਏ ਨਾ, ਦਿੱਲੀ 'ਚ ਹਿੰਦੂਆਂ ਦੇ ਮੁਸਲਮਾਨਾਂ ਦੇ, ਤੇ ਮਹਾਰਾਜ ਸਾਹਿਬ ਜੀ ਨੂੰ ਦੋਵੇਂ ਹੀ ਝੁਕਦੇ ਸਨ। ਜੈ ਸਿੰਘ ਕਹਿੰਦਾ ਮਾਤਾ ਜੀ ਹਿੰਦੂ ਮੁਸਲਮਾਨ ਵੀ ਜਿਨ੍ਹਾਂ ਨੂੰ ਨਮਸਕਾਰਾਂ ਕਰਦੇ। ਮੇਟਨ ਸ਼ਰਾਪ ਭਰਾਤ ਕੋ ਕਹਿਓ ਵੇਖੋ ਉਹਨਾਂ ਨੂੰ ਭਰਾ ਨੇ ਜੋ ਸ਼ਰਾਪ ਦਿੱਤਾ ਸੀ ਵੀ ਚੇਚਕ ਹੋ ਗਏ, ਸਰੀਰ ਦਾ ਅੰਤ ਹੋਵੇਗਾ, ਉਹਨੂੰ ਮੇਟਣ ਵਾਸਤੇ ਬੇਨਤੀ ਵੀ ਕੀਤੀ ਅਸਾਂ ਨੇ। ਤੇ ਸਮਰੱਥ ਤਉ ਤਨ ਸਹਿਓ ਤੇ ਫਿਰ ਉਹ ਸ਼ਰਾਪ ਨੂੰ ਮੇਟਣ ਨੂੰ ਸਮਰੱਥ ਵੀ ਸਨ, ਪਰ ਫਿਰ ਵੀ ਆਪਣੇ ਤਨ ਦੇ ਉੱਤੇ ਦੁੱਖ ਸਹਾਰ ਲਿਆ। ਪਰ ਇਹ ਨਹੀਂ ਵਿਚਾਰਿਆ ਵੀ ਅਸੀਂ ਵਚਨ ਮੋੜ ਦਈਏ, ਕਿਉਂਕਿ ਉਹਨਾਂ ਨੂੰ ਸੀ ਵੀ ਰਾਮ ਰਾਏ ਦੇ ਜ਼ਬਾਨ ਤੇ ਗੁਰੂ ਹਰਿ ਸਾਹਿਬ ਨੇ ਕਿਹਾ ਸੀ ਅਸੀਂ ਵਸਾਂਗੇ। ਜੇ ਰਾਮ ਰਾਏ ਦੀ ਗੱਲ ਹੁਣ ਮੋੜਦੇ ਆ ਤਾਂ ਗੁਰੂ ਪਿਤਾ ਦਾ ਵਚਨ ਮੋੜਦਾ ਹੈ, ਝੂਠਾ ਪੈਂਦਾ ਏ। ਉਹ ਪਿਤਾ ਦਾ ਵਚਨ ਸੱਚਾ ਕਰਨ ਦੇ ਲਈ ਮਾਤਾ ਜੀ ਵੇਖੋ ਸਾਰਾ ਹੀ ਦੁੱਖ ਮਹਾਰਾਜ ਨੇ ਤਨ ਤੇ ਝੱਲ ਲਿਆ। ਮਿਲਨ ਸ਼ਾਹ ਸੋ ਭਨਿਓ ਕਨੇਰੇ ਕਈ ਵਾਰ ਮਹਾਰਾਜ ਨੂੰ ਔਰੰਗਜ਼ੇਬ ਨਾਲ ਮਿਲਣ ਵਾਸਤੇ ਅਸੀਂ ਕਹਿਣਾ ਕੀਤਾ, ਰਾਖੀ ਧੀਰ ਅਭੀਰ ਬੜੇ ਪਰ ਧੀਰਜ ਵਿੱਚ ਰਹੇ ਮਹਾਰਾਜ। ਅਭੀਰ ਡਰ ਤੋਂ ਰਹਿਤ ਸਤਿਗੁਰੂ ਬਹੁਤੇ ਵੱਡੇ ਨਿਡਰ ਸਨ, ਡਰੇ ਨਹੀਂ ਬਾਦਸ਼ਾਹ ਦੇ ਕੋਲ। ਧੰਨ ਗੁਰੂ ਹਰਿਕ੍ਰਿਸ਼ਨ ਸੁਜਾਨ ਧੰਨ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸੁਜਾਨ, ਅੰਦਰ ਦੀਆਂ ਜਾਣਨ ਵਾਲੇ ਅੰਤਰਜਾਮੀ ਹਨ। ਅਜਰ ਜਰਨ ਮਹਿ ਕੋ ਨ ਸਮਾਨ ਅਜਰ ਜਰਨ ਦੇ ਵਿੱਚ ਇਹਨਾਂ ਦੇ ਸਮਾਨ ਮਾਤਾ ਜੀ ਹੋਰ ਕੋਈ ਨਹੀਂ ਜਹਾਨ 'ਚ ਮੈਂ ਵੇਖਿਆ। ਗੁਰਸਿੱਖੀ ਹੈ ਤਜ਼ਮਤ ਕੀ ਵੇਖੋ ਜੇ ਸ਼ਕਤੀ ਵਿਖਾਈ ਆ ਨਾ, ਕੇਵਲ ਗੁਰਸਿੱਖੀ ਦੇ ਪ੍ਰਕਾਸ਼ ਤੇ ਪ੍ਰਤਾਪ ਵਾਸਤੇ ਕਿਤੇ ਵਿਖਾਈ ਮਹਾਰਾਜ ਨੇ। ਜਿਵੇਂ ਗੁੰਗੇ ਕੋਲ ਗੀਤਾ ਦੇ ਅਰਥ ਕਰਾਏ, ਜਾਂ ਹੋਰ ਚੋਰ ਦੇ ਮਨ ਦੀ ਗੱਲ ਕਹਿ ਸੁਣਾਈ, ਜਿਹੜਾ ਮੇਲੇ 'ਚ ਚੋਰੀ ਕਰਨ ਆਇਆ ਸ਼ਰਾਬੀਆਂ ਦੇ, ਉਹ ਜੋ ਬ੍ਰਾਹਮਣ ਸ਼ਰਾਬ ਪੀਣਾ ਜਿਹਦੇ ਕੋੜ ਜਿਹਾ ਨਿਕਲ ਆਇਆ ਸੀ, ਉਹਦਾ ਕੋੜ ਜਿਹਾ ਦੂਰ ਕੀਤਾ ਮਹਾਰਾਜ ਸਾਹਿਬ ਨੇ। ਇੱਦਾਂ ਜੈ ਸਿੰਘ ਕਹਿੰਦਾ ਹੈ ਵੀ ਜਿੱਥੇ ਕਿਤੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਦੀ ਗੱਲ ਹੈ, ਉੱਥੇ ਤਾਂ ਕਿਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕੋਈ ਕਰਾਮਾਤ ਸ਼ਕਤੀ ਥੋੜੀ ਵਿਖਾਈ ਹੋਵੇਗੀ। ਅਮਰ ਹੇਤ ਕਰ ਕਿਉਂ ਹੁਨ ਦੀਨ ਪਰ ਉਸ ਤੋਂ ਇਲਾਵਾ ਹੋਰ ਜਿਵੇਂ ਕਿਵੇਂ ਕਰਕੇ ਵੀ ਜਿੰਨਾ ਮਰਜੀ ਕਿਸੇ ਨੇ ਵਾਹ ਲਾ ਲਈ, ਜ਼ੋਰ ਲਾ ਲਿਆ, ਗੁਰੂ ਸਾਹਿਬ ਨੇ ਸ਼ਕਤੀ ਨਹੀਂ ਦੱਸੀ, ਕਰਾਮਾਤ ਦਾ ਭੇਦ ਹੀ ਨਹੀਂ ਦਿੱਤਾ ਕਿਸੇ ਦੇ ਤਾਈਂ। ਬਾਲੇ ਤਨਉ ਜਿਮ ਚਹੈ ਸੋ ਕਰੈ ਤੇ ਬਲ ਇੰਨਾ ਸੀ ਮਹਾਰਾਜ ਦੇ ਵਿੱਚ, ਜੋ ਚਾਹੁੰਦੇ ਉਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਕਰ ਸਕਦੇ ਸਨ। ਪਾਉ ਨ ਆਇਸ ਪ੍ਰਭੂ ਪਰ ਹਰੈ ਤਉ ਫੇਰ ਵੀ ਉਹਨਾਂ ਨੇ ਵੇਖੋ ਆਇਸ ਆਗਿਆ 'ਚ ਹੀ ਰਹੇ। ਤਉ ਨ ਆਇਸ ਪ੍ਰਭੂ ਪਰ ਹਰੈ, ਪਰਮੇਸ਼ਰ ਦੀ ਆਗਿਆ ਭਾਣੇ ਨੂੰ ਪਰੇ ਨਹੀਂ ਕੀਤਾ, ਦੂਰ ਨਹੀਂ ਕੀਤਾ, ਭਾਣੇ ਨੂੰ ਸਤ ਕਰਕੇ ਮੰਨਿਆ। ਤਿਨ ਹਿਤ ਸ਼ੋਕ ਕਹਾਂ ਬਨਿਆ ਐਸੇ ਜੋ ਸਮਰੱਥ ਨੇ ਮਾਤਾ ਜੀ, ਉਹਨਾਂ ਸਤਿਗੁਰਾਂ ਦੇ ਵਾਸਤੇ ਸ਼ੋਕ ਕਰਨਾ ਕਿੱਥੇ ਚੰਗੀ ਗੱਲ ਹੈ। ਸੁਤੋ ਧਰਨ ਤਨ ਆਏ ਸੁਜਾਵੈ ਇਹ ਤਾਂ ਸੁਤੋ ਹੀ ਸਰੀਰ ਧਾਰ ਕੇ ਆਏ, ਸੁਤੇ ਸੇਧੀ ਸੰਸਾਰ ਤੋਂ ਚਲੇ ਗਏ। ਕਾਰਨ ਕਰਬੇ ਵਿਖੈਸ ਛੰਦ ਸਭ ਕਾਰਨਾਂ ਦੇ ਕਰਨ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਸੁਤੰਤਰ ਸਨ, ਕਿਸੇ ਦੇ ਅਧੀਨ ਥੋੜਾ ਸੀ ਮਹਾਰਾਜ ਸਾਹਿਬ।
ਸਦਾ ਗਿਆਨ ਮੈਂ ਸਚਦਾਨੰਦ ਸਦਾ ਗਿਆਨ ਵਿੱਚ ਸਥਿਤ ਰਹੇ, ਬ੍ਰਹਮ ਗਿਆਨ ਦੀ ਅਵਸਥਾ ਦੇ ਸੱਚ ਦਾ ਆਨੰਦ ਸਰੂਪ ਦੇ ਵਿੱਚ ਲੀਨ ਰਹੇ ਮਹਾਰਾਜ। ਹੋਏ ਪ੍ਰਸੰਨ ਦੇਹੀ ਕਲਿਆਣ ਜਿਹਦੇ ਤੇ ਮਹਾਰਾਜ ਪ੍ਰਸੰਨ ਹੋ ਜਾਂਦੇ ਉਹਦੀ ਕਲਿਆਣ ਕਰ ਦਿੰਦੇ। ਜਨਮ ਮਰਨ ਕੇ ਬੰਧਨ ਹਾਨ ਜੰਮਣ ਮਰਨ ਦੇ ਜਿਹੜੇ ਬੰਧਨ ਨੇ ਉਹਨਾਂ ਨੂੰ ਨਾਸ਼ ਕਰ ਸੁੱਟਦੇ ਸਤਿਗੁਰੂ। ਪਦ ਸੁਤ ਕੇ ਗੁਣ ਸਿਮਰਤ ਰਹੀ ਹੈ। ਇਸ ਕਰਕੇ ਮਾਤਾ ਜੀ ਤੁਸੀਂ ਆਪਣੇ ਪਤੀ ਗੁਰੂ ਹਰਿ ਰਾਏ ਸਾਹਿਬ, ਆਪਣੇ ਸੁਪੁੱਤਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਗੁਣ ਚੇਤੇ ਕਰਕੇ ਉਹਨਾਂ ਦਾ ਨਾਮ ਲੈ ਕੇ ਵਡਿਆਈ ਕਰਿਆ ਕਰੋ। ਤਨ ਕੇ ਅੰਤ ਮਿਲਨ ਕੋ ਚਾਹੀਏ। ਸਰੀਰ ਦਾ ਜਦੋਂ ਅੰਤ ਹੋਵੇ ਉਹਨਾਂ ਦੇ ਨਾਲ ਮੇਲ ਮਿਲਾਪ ਹੋਵੇ, ਐਸੀ ਚਾਹ ਨਾ ਰੱਖਿਆ ਕਰੋ। ਹੋਰ ਕੋਈ ਸ਼ੋਕ ਵੈਰਾਗ ਨਾ ਬਹੁਤਾ ਮਨੋ ਧਾਰੋ। ਸਗਲ ਸੰਗਤਾਂ ਹੈ ਤੁਮਾਰੀ ਮਹਾਰਾਜ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਜਿਵੇਂ ਅੱਗੇ ਝੁਕਦੇ ਸਾਂ ਅਸੀਂ, ਐਵੇਂ ਮਾਤਾ ਜੀ ਸਾਰੀ ਸੰਗਤ ਤੁਹਾਡੀ ਹੋਈ ਆ, ਅਸੀਂ ਤੁਹਾਡੇ ਹੀ ਸੇਵਕ ਹਾਂ। ਸੇਵਾ ਕਰੇ ਅਨੇਕ ਪ੍ਰਕਾਰੀ ਜਿਵੇਂ ਆਪ ਜੀ ਚਾਹੋ ਅਨੇਕਾਂ ਪ੍ਰਕਾਰ ਤੁਹਾਡੀ ਸੇਵਾ ਕਰਾਂਗੇ ਅਸੀਂ। ਜੈ ਸੁਖ ਦੇਖੋ ਤੇ ਠਾ ਰਹੀਏ। ਤੇ ਮਿਰਜ਼ਾ ਰਾਜਾ ਜੈ ਸਿੰਘ ਕਹਿੰਦਾ ਮਾਤਾ ਜੀ ਮੈਂ ਹਾਜ਼ਰ ਹਾਂ ਤੁਹਾਡੀ ਸੇਵਾ ਵਾਸਤੇ। ਦਿੱਲੀ ਦੀ ਸੰਗਤ ਵੀ ਹਾਜ਼ਰ ਹੈ। ਜਿਹੜੀ ਥਾਂ 'ਚ ਤੁਹਾਨੂੰ ਰਹਿਣ ਤੇ ਸੁਖ ਮੰਨੇ, ਜਿੱਥੇ ਰਹਿਣ ਦੇ ਨਾਲ ਤੁਹਾਨੂੰ ਚੰਗਾ ਲੱਗੇ, ਉੱਥੇ ਵਿਸ਼ਰਾਮ ਕਰੋ। ਕੁਛ ਕਾਰਜ ਹੋਏ ਮੋਕੋ ਕਹੀਏ ਹੈ। ਤੇ ਜੇ ਕੋਈ ਵੀ ਕਾਰਜ ਹੋਵੇ ਮਹਾਰਾਜ ਮਾਤਾ ਜੀ ਮੈਂ ਤੁਹਾਡਾ ਦਾਸ ਜੈ ਸਿੰਘ, ਮੈਨੂੰ ਹੁਕਮ ਕਰੋ, ਮੈਂ ਉਸੇ ਵੇਲੇ ਹਾਜ਼ਰ ਹੋਵਾਂਗਾ। ਤੁਮਰੇ ਨੰਦਨ ਕੋ ਮੈਂ ਦਾਸ ਮੈਂ ਤੁਹਾਡੇ ਪੁੱਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਚਰਨਾਂ ਦਾ ਸੇਵਕ ਹਾਂ। ਆਪਨੋ ਜਾਨੋ ਨਿਰਜਾਸ ਉਸੇ ਤਰ੍ਹਾਂ ਮਾਤਾ ਜੀ ਮੈਨੂੰ ਨਿਰਣੇ ਕਰਕੇ ਆਪਣਾ ਵੀ ਪੱਕਾ ਸੇਵਕ ਜਾਣਨਾ ਕਰੋ। ਕਰ ਜੋਰੀ ਸੇਵਾ ਮੈਂ ਖਰੋ ਮੈਂ ਹਰ ਸਮੇਂ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਨਾਜ਼ਰ ਰਹਾਂਗਾ। ਨਿਜ ਲਗ ਆਖਿਆ ਮੋ ਪਰ ਕਰੋ। ਹੱਥ ਜੋੜ ਕੇ ਆਪ ਜੀ ਦੀ ਆਗਿਆ ਨੂੰ ਮੈਂ ਸਿਰ ਮੱਥੇ ਪ੍ਰਵਾਨ ਕਰਾਂਗਾ, ਆਪਣਾ ਹੀ ਜਾਣ ਕੇ। ਵੀ ਜਿਵੇਂ ਆਪਣਾ ਹੀ ਕੰਮ ਕਰੀਦਾ ਨਾ ਤਨੋਂ ਮਨੋਂ ਹੋ ਕੇ, ਤੇ ਮਾਤਾ ਜੀ ਜਿਹੜਾ ਤੁਸੀਂ ਕੋਈ ਕਾਰਜ ਕਹੋਗੇ ਮੈਂ ਆਪਣਾ ਜਾਣ ਕੇ ਆਪਣੇ ਤੋਂ ਵੱਧ ਤਨੋਂ ਮਨੋਂ ਹੋ ਕੇ ਉਹ ਕੰਮ ਕਰਾਂਗਾ, ਆਗਿਆ 'ਚ ਰਹਿ ਕੇ। ਕ੍ਰਿਸ਼ਨ ਕੋਇਰ ਗੁਰ ਮਾਤਾ ਤਬੈ ਜਦੋਂ ਮਿਰਜ਼ਾ ਰਾਜਾ ਜੈ ਸਿੰਘ ਨੇ ਮਾਤਾ ਜੀ ਨੂੰ ਐਸੇ ਬਚਨ ਕਹੇ ਵੀ ਤੁਸੀਂ ਵੈਰਾਗ ਨਾ ਕਰੋ, ਤਾਂ ਮਾਤਾ ਜੀ ਕਹਿਣ ਲੱਗੇ ਸੁਣ ਕੇ ਮਹਿ ਪਾਲਕ ਤੇ ਸੁਣ ਕਰ ਸਬੈ। ਉਸ ਮਹਿ ਪਾਲਕ ਕੋ ਰਾਜੇ ਕੋ ਸਾਰੇ ਬਚਨ ਸੁਣ ਕੇ ਮਾਤਾ ਜੀ ਨੇ ਅੱਗੋਂ ਆਖਿਆ ਕੁਛ ਧੀਰਜ ਧਰ ਗਿਰਾ ਉਚਾਰੇ। ਥੋੜੀ ਜੀ ਧੀਰਜ ਧਾਰੀ ਹੈ, ਵੈਰਾਗ ਦੂਰ ਕੀਤਾ ਤੇ ਮੁਖੋਂ ਬਚਨ ਕਿਹਾ। ਔਰ ਸ਼ਬਦਕ ਗੁਰ ਸੇਵਕ ਭਾਰੀ ਹਾਂ ਮਹਾਰਾਜ ਸਾਹਿਬ ਜੀ ਦਾ ਤੂੰ ਇਹ ਰਾਜਨ ਔਰ ਸ਼ਰਦਕ ਗੁਰ ਸੇਵਕ ਭਾਰੀ, ਦਿਲ ਦੀ ਸ਼ਰਧਾ ਵਾਲਾ ਭਾਰੀ ਸੇਵਕ ਹੈ ਤੂੰ ਗੁਰਾਂ ਦਾ। ਉਹਦੇ ਪ੍ਰੇਮ ਕਰੇ ਤਗੁਰ ਆਏ। ਜੇ ਤੂੰ ਮਹਾਰਾਜ ਦਾ ਸੇਵਕ ਹੈ, ਵੇਖ ਤੇਰਾ ਹੀ ਪ੍ਰੇਮ ਸੀ, ਤੇਰੇ ਪ੍ਰੇਮ ਦੇ ਖਿੱਚੇ ਗੁਰੂ ਹਰਿਕ੍ਰਿਸ਼ਨ ਸਾਹਿਬ ਇਧਰ ਦਿੱਲੀ ਨੂੰ ਆਏ ਹਨ। ਪਰ ਮੈਂ ਸਿੱਖ ਸੰਗਤ ਸਮੁਦਾਇ ਤੇ ਵੇਖੋ ਸਾਰੀ ਪੁਰੀ ਦੀਆਂ ਜਿਹੜੀਆਂ ਸਿੱਖ ਸੰਗਤਾਂ ਨੇ ਇੱਕ ਉਹਨਾਂ ਦਾ ਪ੍ਰੇਮ ਵੇਖਿਆ, ਇੱਕ ਤੇਰਾ ਪ੍ਰੇਮ ਵੇਖਿਆ, ਤੂੰ ਆਪਣਾ ਦੂਤ ਭੇਜਿਆ ਸੀ। ਸਭਨ ਭਾਉ ਕਰਿਓ ਬਹੁ ਤੇਰਾ ਤੇ ਬਹੁਤ ਸਾਰਾ ਮਹਾਰਾਜ ਸਾਹਿਬ ਜੀ ਨੇ ਤੇਰਾ ਭਾਉ ਪ੍ਰੇਮ ਜਾਣ ਕਰਕੇ। ਬੜੇ ਗੁਰਨ ਸੰਸਰ ਸਭ ਹੇਰਾ। ਫਿਰ ਪੜਿਓ ਵੱਡੇ ਗੁਰਨ ਸੰਸਰ ਸਭ ਹੇਰਾ। ਤੋਹੇ ਪ੍ਰੇਮ ਕਰ ਇਤ ਗੁਰ ਆਏ, ਪੁਰ ਮੈਂ ਸਿੱਖ ਸੰਗਤ ਸਮੁਦਾਇ। ਵੀ ਤੇਰੇ ਤੇ ਸੰਗਤ ਦੇ ਪ੍ਰੇਮ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਇੱਥੇ ਆਏ ਸਨ। ਤੇ ਜਦੋਂ ਮਹਾਰਾਜ ਇੱਥੇ ਆਏ ਸਭਨ ਭਾਉ ਕਰਿਓ ਬਹੁ ਤੇਰਾ, ਸੰਗਤ ਦੇ ਸਮੇਤ ਸਾਰਿਆਂ ਨੇ ਮਹਾਰਾਜ ਸਾਹਿਬ ਨਾਲ ਪ੍ਰੇਮ ਕੀਤਾ। ਸਤਿਗੁਰਾਂ ਨੇ ਗੁਰਾਂ ਨੇ ਸੰਗਤ ਨਾਲ ਪ੍ਰੇਮ ਕੀਤਾ। ਸਾਰੀ ਸੰਗਤ ਨੇ ਗੁਰੂ ਹਰਿ ਸਾਹਿਬ ਦਾ ਰੂਪ ਜਾਣ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਵੇਖਿਆ। ਮਮ ਰਹਿਨ ਬਨੇ ਨਹੀਂ ਹਾਂ। ਚਲ ਉਹ ਸਮਾਂ ਜੋ ਆਇਆ ਸੀ ਉਹ ਲੰਘ ਗਿਆ, ਪਰ ਹੇ ਜੈ ਸਿੰਘ ਰਾਜਾ ਹੁਣ ਸਾਡਾ ਦਿੱਲੀ ਵਿੱਚ ਰਹਿਣਾ ਬਣਦਾ ਨਹੀਂ, ਇੱਥੇ ਨਹੀਂ ਸਾਨੂੰ ਚੰਗਾ ਲੱਗਦਾ ਰਹਿਣਾ। ਕੀਰਤਪੁਰ ਪਹੁੰਚਣ ਕੀ ਪ੍ਰੀਹਾ। ਹਾਂ ਮੇਰੇ ਮਨ ਦੀ ਜਿਹੜੀ ਇੱਛਾ ਚਾਹਨਾ ਹੈ ਨਾ, ਉਹ ਆਪਣੇ ਨਗਰ ਕੀਰਤਪੁਰ ਸਾਹਿਬ ਜਾਣ ਦੀ ਹੋਈ ਹੈ, ਵੀ ਅਸੀਂ ਉੱਥੇ ਹੀ ਵਾਪਸ ਚਲੇ ਜਾਈਏ। ਕੇਤਕ ਦਿਵਸ ਬਾਸ ਇਸ ਥਾਨ। ਬਸ ਕੁਝ ਕੁ ਦਿਨ ਇੱਥੇ ਰਹਾਂਗੇ, ਮਹਾਰਾਜ ਸਾਹਿਬ ਦੇ ਨਾਮ ਤੇ ਹਰ ਜਸ ਹੁੰਦਾ ਰਹੇ। ਸੰਗਤ ਆ ਰਹੀ ਹੈ,
ਉਹਨਾਂ ਸੰਗਤਾਂ ਨੂੰ ਮਿਲ ਕੇ ਕੁਝ ਸਮੇਂ ਬਾਅਦ ਹੁਣ ਬਲਾਖੋਂ ਕਰਨ ਭਿਆਨ। ਫਿਰ ਸਾਡੀ ਇਹ ਬਲਾਖਾ ਇਹੀ ਆ ਵੀ ਅਸੀਂ ਦਿੱਲੀ ਤੋਂ ਚੱਲ ਕੇ ਕੀਰਤਪੁਰ ਸਾਹਿਬ ਚਲੇ ਜਾਈਏ। ਸੁਣ ਕਰ ਕਹਿਤ ਭਇਓ ਨਰ ਰਾਈ। ਜਦੋਂ ਰਾਜੇ ਜੈ ਸਿੰਘ ਨੇ ਮਾਤਾ ਜੀ ਦਾ ਇਸ ਤਰ੍ਹਾਂ ਦਾ ਹੁਕਮ ਸੁਣਿਆ, ਆਗਿਆ ਸੁਣੀ, ਤਾਂ ਮਾਤਾ ਜੀ ਦੇ ਕੋਲੋਂ ਸੁਣ ਕਰ ਕਹਿਤ ਭਇਓ ਨਰ ਰਾਈ। ਸੁਣ ਕੇ ਰਾਜਾ ਕਹਿਣ ਲੱਗਾ ਸਰਬ ਗੁਰਨ ਤੇ ਜਿਮ ਚਲ ਆਈ। ਕਿ ਮਾਤਾ ਜੀ ਜਿਵੇਂ ਤੁਹਾਡੀ ਆਗਿਆ, ਜਿਵੇਂ ਤੁਹਾਡਾ ਹੁਕਮ ਹੈ ਤੁਸੀਂ ਉਵੇਂ ਹੀ ਕਰੋ, ਮੈਂ ਫਿਰ ਵੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਦੂਸਰੀ ਗੱਲ ਇਹ ਤੋਰੀ ਵੀ ਜਿਵੇਂ ਮਾਤਾ ਜੀ ਪਹਿਲੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਮੈਂ ਜਿਵੇਂ ਸੁਣਿਆ ਸਿੱਖਾਂ ਤੋਂ ਜੋ ਮਰਿਆਦਾ ਚੱਲਦੀ ਆਈ ਹੈ ਹੁਣ ਤੀਕਰ, ਨਿਜਗਾਦੀ ਪਰ ਪ੍ਰਥਮ ਬਿਠਾਏ। ਵੀ ਜਿਹੜੇ ਵੀ ਸਤਿਗੁਰੂ ਸੱਚਖੰਡ ਗਏ ਨੇ ਉਹ ਆਪਣੇ ਜਾਣ ਤੋਂ ਪਹਿਲਾਂ ਹੀ ਆਪਣੀ ਗੱਦੀ ਦੇ ਹੋਰ ਕਿਸੇ ਨੂੰ ਬਿਠਾ ਕੇ ਜਾਂਦੇ ਰਹੇ। ਹੋਰ ਬੈਕੁੰਠ ਬਸਨ ਪਧਰਾਏ। ਤੇ ਫੇਰ ਬੈਕੁੰਠ ਨੂੰ ਪਧਾਰਨ ਦੇ ਵਾਸਤੇ ਚਾਲਾ ਪਾਉਂਦੇ ਰਹੇ। ਪਹਿਲਾਂ ਆਪਣੀ ਜਿਹੜੀ ਸੰਗਤ ਦੀ ਬਾਂਹ ਹੈ ਉਹ ਦੂਸਰੇ ਗੁਰੂ ਨੂੰ ਫੜਾ ਕੇ ਵਸਣ ਦੇ ਲਈ ਬਿਠਾ ਕੇ ਜਾਂਦੇ। ਸੋਗਤ ਇਨ ਤੇ ਕਿਮ ਬਨ ਆਈ। ਤੇ ਦੱਸੋ ਹੁਣ ਇਹ ਗੁਰੂ ਹਰਿਕ੍ਰਿਸ਼ਨ ਸਾਹਿਬ ਵੀ ਸੱਚਖੰਡ ਗਏ ਨੇ, ਮੈਨੂੰ ਪੂਰਾ ਪਤਾ ਨਹੀਂ ਹੈ, ਹਾਲਾਂ ਲੱਗੀ ਗੱਲ ਵੀ ਇਹਨਾਂ ਤੋਂ ਗੱਲ ਕਿਵੇਂ ਬਣ ਆਈ ਆ ਵੀ ਜਿਵੇਂ ਮਹਾਰਾਜ ਪਹਿਲੇ ਗੁਰੂ ਥਾਪ ਕੇ ਜਾਂਦੇ ਰਹੇ ਹਨ। ਕਿਸ ਕੋ ਦੀਨ ਜਗਤ ਗੁਰ ਆਈ। ਇਹਨਾਂ ਨੇ ਵੀ ਕਿਸੇ ਨੂੰ ਗੁਰੂ ਥਾਪਿਆ ਜਾਂ ਨਹੀਂ ਥਾਪਿਆ, ਜੇ ਥਾਪਿਆ ਤਾਂ ਜਗਤ ਗੁਰੂ ਨਾਨਕ ਸਾਹਿਬ ਦੀ ਗੱਦੀ ਦੀ ਜੋ ਇਹ ਸੇਵਾ ਹੈ, ਜ਼ਿੰਮੇਵਾਰੀ ਹੈ, ਕਿਹਨਾਂ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਸੌਂਪੀ ਹੈ। ਜਿਸ ਕੋ ਦੀਜੇ ਉਪਹਾਰ। ਤੇ ਹੁਣ ਦੱਸੋ ਵੀ ਅਸੀਂ ਕਿਹਦੇ ਅੱਗੇ ਜਾ ਕਰਕੇ ਭੇਟਾਵਾਂ ਰੱਖਣੀਆਂ ਹਨ ਗੁਰੂ ਦੇ ਸਮਾਨ ਜਾਣ ਕੇ। ਸਰਬ ਸਮਾਜ ਆਦ ਦਸਤਾਰ। ਸਾਰਾ ਸਾਜੋ ਸਮਾਨ ਤੇ ਹੋਰ ਜੋ ਦਸਤਾਰ ਆਦਿਕ ਹੈ ਕਿਹਨਾਂ ਨੂੰ ਜਾ ਕੇ ਦਈਏ, ਕਿਹਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਗੁਰਿਆਈ ਬਖਸ਼ੀ ਹੈ। ਫਿਰ ਗੁਰ ਬਖਸ਼ਮ ਸੰਤ ਅਗਾਊ। ਹਾਂ, ਇਹ ਜਦੋਂ ਬਚਨ ਤਾਂ ਗੁਰਬਖਸ਼ ਮਸੰਦ ਗੁਰਬਖਸ਼ ਮੱਲ ਜਿਹੜਾ ਸੀ ਸਭ ਮਸੰਦਾਂ ਚੋਂ ਮੁਖੀ ਉੱਥੇ ਇਹ ਸਾਹਮਣੇ ਖਲੋਤਾ ਸੀ ਉਸ ਵੇਲੇ ਰਾਜੇ ਦੇ। ਹਾਂ, ਉੱਥੇ ਮਾਤਾ ਜੀ ਦੇ ਕੋਲ ਬੈਠਿਆਂ ਹੋਇਆ ਜਦੋਂ ਰਾਜੇ ਜੈ ਸਿੰਘ ਨੇ ਪੁੱਛਿਆ, ਮਾਤਾ ਜੀ ਨਾਲ ਕੁਝ ਬਚਨ ਕੀਤੇ, ਫਿਰ ਗੁਰਬਖਸ਼ ਮਸੰਦ ਨੂੰ ਕਹਿਣ ਲੱਗੇ ਵੀ ਦੱਸੋ ਵੀ ਗੁਰੂ ਸਾਹਿਬ ਕਿਹਨੂੰ ਗੁਰੂ ਥਾਪ ਗਏ ਨੇ, ਅਸੀਂ ਹੁਣ ਕਿਹਦੇ ਜਾ ਕੇ ਅੱਗੇ ਭੇਟਾ ਰੱਖੀਏ। ਉਸ ਵੇਲੇ ਗੁਰਬਖਸ਼ ਮੱਲ ਮਸੰਦ ਨੇ ਗੁਰਿਆਈ ਜਿਵੇਂ ਮਹਾਰਾਜ ਨੇ ਬਖਸ਼ੀ ਉਹ ਸਾਰੀ ਕਥਾ ਕਹਿ ਸੁਣਾਈ ਜੈ ਸਿੰਘ ਨੂੰ। ਸਭ ਸੰਗਤ ਟਿਕ ਕਿਰਪਾ ਨਿਧਾਨਾ। ਕਹਿਣ ਲੱਗਾ ਹੈ ਜੈ ਸਿੰਘ ਜੀ, ਜਦੋਂ ਸਾਰੀ ਸੰਗਤ ਦੇ ਕੋਲ ਕਿਰਪਾ ਨਿਧਾਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਨ। ਚਹਿਤ ਪਰਲੋਕ ਪਧਾਰੇ। ਕੀ ਵੇਖਿਆ ਵੀ ਮਹਾਰਾਜ ਤਾਂ ਹੇਠਾਂ ਆਸਣ ਲਾ ਕੇ ਤਾਂ ਸੱਚਖੰਡ ਨੂੰ ਜਾਣਾ ਚਾਹੁੰਦੇ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ। ਸਿੱਖਨ ਮਿਲ ਬਾਤ ਉਚਾਰੇ। ਤੇ ਉਦੋਂ ਫਿਰ ਮੈਂ ਤੇ ਹੋਰ ਕੁਝ ਸਿੱਖਾਂ ਨੇ ਮਿਲ ਕੇ ਵੇਖ ਕੇ ਵੀ ਹੁਣ ਤੇ ਸਮਾਂ ਹੈ ਮਹਾਰਾਜ ਨੂੰ ਪੁੱਛ ਲਈਏ ਵੀ ਤੁਹਾਡੇ ਪਿੱਛੋਂ ਗੁਰੂ ਕੌਣ, ਬਾਅਦ ਵਿੱਚ ਜੋ ਪਛਤਾਵਾਂਗੇ। ਤੇ ਗੁਰਬਖਸ਼ ਮੱਲ ਮਸੰਦ ਕਹਿੰਦਾ ਉਦੋਂ ਫਿਰ ਮੈਂ ਤੁਰਿਆ, ਮੇਰੇ ਨਾਲ ਕੁਝ ਹੋਰ ਸਿੱਖ ਤੁਰੇ, ਸੰਗਤ ਆਈ, ਅੱਗੇ ਆਏ ਤਾਂ ਵੇਖਿਆ ਮਹਾਰਾਜ ਚਾਦਰ ਲੈ ਕੇ ਸੱਚਖੰਡ ਜਾਣ ਹੀ ਲੱਗੇ ਸਨ। ਬੇਨਤੀ ਕੀਤੀ ਮਹਾਰਾਜ ਸਾਹਿਬ ਜੀ ਨੂੰ ਅਸੀਂ ਸਾਰਿਆਂ ਨੇ, ਆਪਸ ਮਾਮਨ ਲੱਗੇ ਸੁਸ਼ੰਦ। ਵੀ ਹੇ ਮਹਾਰਾਜ ਤੁਸੀਂ ਤਾਂ ਸੁਤੰਤਰ ਹੋ ਕੇ ਬਿਨਾਂ ਕਿਸੇ ਬੰਧਨ ਤੋਂ, ਬਿਨਾਂ ਕਿਸੇ ਚਿੰਤਾ ਫਿਕਰ ਤੋਂ ਸਮਾ ਚੱਲੇ ਹੋ ਜੋਤੀ ਜੋਤ। ਬੈਠੇ ਅਬ ਗੁਰ ਬਸਨੰਦ। ਪਰ ਮਹਾਰਾਜ ਗੁਰਤਾ ਗੱਦੀ ਦਾ ਤਖਤ ਹੈ, ਇਸ ਦੇ ਉੱਤੇ ਹੁਣ ਤੁਹਾਡੇ ਪਿੱਛੋਂ ਕੌਣ ਬੈਠੇਗਾ, ਦੱਸੋ ਵੀ ਅਸੀਂ ਕਿਹਨੂੰ ਤੁਹਾਡੇ ਥਾਂ ਤੇ ਮੰਨਾ ਪੂਜਾਂਗੇ। ਮਹਾਰਾਜ ਕਿਹਦੇ ਅੱਗੇ ਮੱਥਾ ਟੇਕਾਂਗੇ, ਕਿਹਦੇ ਅੱਗੇ ਅਰਦਾਸਾਂ ਕਰਾਂਗੇ। ਤੁਹਾਡੇ ਤੋਂ ਮਗਰੋਂ ਕੌਣ ਸੇਵਕਾਂ ਨੂੰ ਉਪਦੇਸ਼ ਦੇਵੇਗਾ, ਬ੍ਰਹਮ ਗਿਆਨ ਦੀਆਂ ਦਾਤਾਂ ਕਿੱਥੋਂ ਅਸੀਂ ਹਾਸਲ ਕਰਾਂਗੇ। ਕਿਉਂਕਿ ਪਹਿਲਾਂ ਤੋਂ ਲੈ ਕੇ ਜੋ ਮਰਿਆਦਾ ਗੁਰੂ ਨਾਨਕ ਸਾਹਿਬ ਤੋਂ ਤੁਰੀ ਆ ਰਹੀ ਹੈ। ਇਹ ਮਹਾਰਾਜ ਤੁਸੀਂ ਇਹਦੇ ਬਾਰੇ ਕੁਝ ਸੋਚਿਆ ਵੀ ਕਿਮ ਕੀਨਸ, ਹੁਣ ਤੁਸੀਂ ਉਹਦੇ ਬਾਰੇ ਕੀ ਕਰਨਾ ਵੀ ਗੁਰੂ ਥਾਪਣਾ ਕਿਸੇ ਨੂੰ, ਜਾਂ ਇਹ ਗੁਰਤਾ ਗੱਦੀ ਹੁਣ ਇੱਥੇ ਹੀ ਰੁਕ ਜਾਵੇਗੀ, ਮਿਟ ਜਾਵੇਗੀ। ਇਤਿਆਦਿਕ ਸੁਣ ਉੱਠ ਕਰ ਬੈਠੇ। ਤੇ ਗੁਰਬਖਸ਼ ਮਸੰਦ ਕਹਿੰਦਾ ਜਦੋਂ ਮੈਂ ਐਵੇਂ ਸਿੱਖ ਸੰਗਤ ਨਾਲ ਮਿਲ ਕੇ ਬੇਨਤੀ ਕੀਤੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੂੰ,
ਸਤਿਗੁਰੂ ਹੁਣ ਤਾਂ ਬਿਰਾਜਮਾਨ ਲੱਗੇ ਸਨ, ਫਿਰ ਉੱਠ ਕੇ 8ਵੇਂ ਪਾਤਸ਼ਾਹ ਬੈਠ ਗਏ। ਚੌਂ ਦਿਸ਼ ਦੇਖੈ ਸਿੱਖ ਇਕੱਠੇ, ਤੇ ਆਪਣੇ 4 ਸਫੇਰੇ ਸਿੱਖ ਸੰਗਤ ਵੀ ਇਕੱਠੀ ਹੋਈ, ਮਹਾਰਾਜ ਨੇ ਵੇਖੀ ਜਾਣੀ। ਗੁਰੂ ਗ੍ਰੰਥ ਹੈ ਪ੍ਰਥਮ ਬਖਾਨਾ, ਤੇ ਗੁਰੂ ਗ੍ਰੰਥ ਸਾਹਿਬ ਪਹਿਲਾਂ ਜਦੋਂ ਅਸੀਂ ਕਿਹਾ ਤਾਂ ਉਦੋਂ ਤੋਂ ਕਹਿੰਦੇ ਵੀ ਤੂੰ ਸਾਡੇ ਥਾਂ ਗੁਰੂ ਗ੍ਰੰਥ ਸਾਹਿਬ ਹੀ ਹੈ। ਗੁਰੂ ਅਰਜਨ ਦੇਵ ਮਹਾਰਾਜ ਨੇ ਜੋ ਬਾਣੀ ਰਚੀ ਉਹਨੂੰ ਹੀ ਗੁਰੂ ਜਾਣੋ। ਸਤਨਾਮ ਮਹਿਮਾ ਮੈ ਅੰਨਾ, ਤੇ ਧਰਤੀ ਵਿੱਚ ਸੰਸਾਰ ਵਿੱਚ ਸਿਮਰਨ ਦੀ ਮਹਿਮਾ ਮਹਾਨ ਹੈ। ਸਤਨਾਮ ਵਾਹਿਗੁਰੂ ਕਰਿਆ ਕਰੋ, ਇਹ ਹੁਕਮ ਕਰਤਾ। ਪੈਸੇ ਪੰਜ ਨਲੇਰ ਮੰਗਾਏ, ਤੇ ਫੇਰ ਜਦੋਂ ਅਸੀਂ ਫੇਰ ਆਖਿਆ ਮਹਾਰਾਜ ਗੁਰਬਾਣੀ ਤਾਂ ਠੀਕ ਹੈ, ਪਰ ਫੇਰ ਵੀ ਸਰੀਰ 'ਚ ਤੁਹਾਡੇ ਵਾਂਗ ਕੌਣ ਸਾਡੀ ਬਾਂਹ ਫੜੂਗਾ? ਤਾਂ ਫੇਰ ਮਹਾਰਾਜ ਨੇ 5 ਪੈਸੇ ਦੇ ਲਲੇਰ ਮੰਗਾ ਲਿਆ। ਕਹਿ ਕਰ ਧਰ ਕਰ ਸੀਸ ਨਿਵਾਏ, ਤੇ ਰਾਜਾ ਜੈ ਸਿੰਘ ਆਪਣੇ ਹੱਥ ਵਿੱਚ ਮਹਾਰਾਜ ਨੇ ਪਕੜ ਕਰਕੇ ਸੱਜੇ ਹੱਥ 'ਚ ਲੈ ਕੇ 3 ਵਾਰਾਂ ਨੂੰ ਘੁਮਾਇਆ, ਪਰਿਕਰਮਾ ਕੀਤੀਆਂ। ਤਾਂ ਫੇਰ ਮਹਾਰਾਜ ਨੇ ਸਿਰ ਨਵਾ ਕੇ ਧਰਤੀ ਤੇ ਮੱਥਾ ਟੇਕ ਦਿੱਤਾ। ਬੋਲੇ ਸਬਨ ਸੁਨਾਏ ਵਿਸਾਲੇ, ਤੇ ਸਾਰਿਆਂ ਦੇ ਵਿੱਚ ਵਿਸਾਲ ਪ੍ਰਗਟ ਹੀ ਵੱਡਾ ਵਚਨ ਮਹਾਰਾਜ ਸਾਹਿਬ ਜੀ ਬੋਲੇ, ਗੁਰੂ ਹਰਿਕ੍ਰਿਸ਼ਨ ਸਾਹਿਬ। ਵਾਸੇ ਬਾਬਾ ਵਿੱਚ ਬਕਾਲੇ, ਇਹ ਵਚਨ ਕਿਹਾ ਵੀ ਬਾਬਾ ਬਕਾਲੇ 'ਚ ਵਸਦਾ ਹੈ। ਬਾਬਾ ਵਸੇ ਜੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਗਲ ਸੰਭਾਲੇ। ਵੀ ਬਾਬਾ ਬਕਾਲੇ ਨਗਰ ਵਿੱਚ ਹੈ ਸਾਡੇ ਬਾਬੇ ਦਾਦਾ ਜੀ, ਅਤੇ ਆਪ ਹੀ ਉਹ ਪ੍ਰਗਟ ਹੋਣਗੇ ਗੁਰੂ ਰੂਪ ਵਿੱਚ। ਸਾਰੀ ਸੰਗਤ ਨੂੰ ਆਪੇ ਹੀ ਸਾਂਭ ਲੈਣਗੇ, ਕੋਈ ਫਿਕਰ ਕਰਨ ਦੀ ਲੋੜ ਨਹੀਂ। ਇਦਾਂ ਬਚਨ ਕਹੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ। ਨਾਮ ਉਚਾਰਨ ਕਰਿਓ ਨਾ ਕਿਸ ਕੋ, ਪਰ ਹੇ ਰਾਜਨ ਨਾਮ ਨਹੀਂ ਸਤਿਗੁਰਾਂ ਨੇ ਲਿਆ ਮੁਖ ਦੇ ਵਿੱਚੋਂ ਕਿਸੇ ਦਾ। ਸੁਣਤ ਰਹੇ ਦੇਖਤ ਮੁਖ ਦੇਸ਼ ਕੋ, ਅਸੀਂ ਤਾਂ ਭਜਨ ਸੁਣਦੇ ਆ ਮਹਾਰਾਜ ਦੇ ਮੁਖ ਵਾਲੀ ਵੇਖੀ ਗਏ। ਹੁਣ ਬੋਲੇ ਸ੍ਰੀ ਗੁਰੂ ਕਿਰਪਾ, ਇਹ ਭਜਨ ਕਰਦੇ ਹੀ ਕਿਰਪਾਲੂ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਬਿਰਾਜਮਾਨ ਹੋ ਗਏ। ਤੇਨ ਸਮਤਨ ਤਿਆਗਿਓ ਤਤਕਾਲ, ਆ ਜਿਵੇਂ ਘਾਹ ਵਿੱਚ ਹੱਥ ਵਿੱਚੋਂ ਝਾਟੀ ਤਿਆਗ ਦਈਦਾ ਨਾ, ਫੜਿਆ ਹੋਵੇ ਘਾਹ ਕੱਖ, ਐਵੇਂ ਝਾਟੀ ਗੁਰੂ ਹਰਿਕ੍ਰਿਸ਼ਨ ਸਾਹਿਬ ਸਰੀਰ ਤਿਆਗ ਕੇ ਸੱਚਖੰਡ ਨੂੰ ਝਾਟੀ ਚਲੇ ਗਏ। ਗ੍ਰਾਮ ਬਕਾਲਾ ਨਿਰਣੈ ਹੋਵਾ, ਇਹ ਤਾਂ ਨਿਰਣਾ ਹੋ ਗਿਆ ਵੀ ਜਿਹੜੇ ਅਗਲੇ ਗੁਰੂ ਹਨ ਉਹ ਬਕਾਲੇ ਨਗਰ ਦੇ ਵਿੱਚ ਵਸਦੇ ਹਨ। ਗੁਰ ਥਪਿਓ ਨਾ ਸੰਸੈ ਖੋਵਾ, ਪਰ ਇਹ ਸੰਸਾ ਜ਼ਰੂਰ ਹੈ ਵੀ ਮਹਾਰਾਜ ਨੇ ਗੁਰੂ ਕਿਹਨੂੰ ਥਾਪਿਆ, ਕਿਉਂਕਿ ਨਾਮ ਸਤਿਗੁਰਾਂ ਲਿਆ ਨਹੀਂ ਤੇ ਸਾਡੇ ਕੋਲ ਨਾਮ ਪੁੱਛਿਆ ਹੀ ਨਹੀਂ ਗਿਆ। ਮੈਂ ਕਿਸੋਂ ਤੇ ਜਾਣਿਓ ਗਇਓ, ਤੇ ਕਿਸੇ ਕੋਲ ਜਾਣਿਆ ਸਮਝਿਆ ਵੀ ਨਹੀਂ ਗਿਆ ਇਹ ਵੀ ਮਹਾਰਾਜ ਦਾ ਇਸ਼ਾਰਾ ਕਿਹਦੇ ਵੱਲ ਹੈ। ਕੌਣ ਗੁਰ ਬੂਝ ਨਾ ਉੱਤਰ ਲਇਓ, ਹਾਂ, ਕਿਉਂਕਿ ਫੇਰ ਕਿਸੇ ਨੇ ਵੀ ਗੁਰਾਂ ਕੋਲੋਂ ਇਹ ਬੁੱਝਿਆ ਪੁੱਛਿਆ ਨਹੀਂ ਵੀ ਮਹਾਰਾਜ ਉਹ ਬਾਬੇ ਦਾ ਨਾਮ ਵੀ ਤੁਸੀਂ ਦੱਸ ਦਿਓ। ਤਾਉ ਸੁਨੋ ਹੈ ਪ੍ਰਿਥਵੀ ਨਾਥ, ਪਰ ਫੇਰ ਵੀ ਗੁਰਬਖਸ਼ ਮਲ ਮਸੰਦ ਕਹਿੰਦਾ, ਹੇ ਅੰਬਰਪੁਰ ਦੇ ਰਾਜਾ ਮਿਰਜ਼ਾ ਜੈ ਸਿੰਘ ਜੀ ਸੁਣ ਨਾ ਕਰੋ। ਬਣਿਆ ਜੋ ਗੁਰ ਹੋਏ ਅਜਮਤ ਸਾਥ, ਵੀ ਜਿਨ੍ਹਾਂ ਨੂੰ ਮਹਾਰਾਜ ਨੇ ਗੁਰੂ ਬਣਾ ਦਿੱਤਾ ਹੈ ਨਾ ਉਹ ਸ਼ਕਤੀਆਂ ਦੇ ਸਮੇਤ ਜ਼ਰੂਰ ਹੋਣਗੇ। ਸੂਰਜ ਸਾਮਾ ਨਹਿ ਛਪਹਿ ਕਦਾਈ, ਜਿਵੇਂ ਸੂਰਜ ਆਕਾਸ਼ ਵਿੱਚ ਚੜਿਆ ਛਿਪਦਾ ਨਹੀਂ, ਐਵੇਂ ਸੂਰਜ ਦੇ ਵਾਂਗ ਉਹ ਵੀ ਪ੍ਰਗਟ ਹੋਏ ਜਦੋਂ ਤਾਂ ਛੁਪਣਗੇ ਨਹੀਂ। ਭਾਵੇਂ ਨਾਮ ਨਹੀਂ ਵੀ ਪਤਾ, ਪਰ ਉਹ ਸਾਡੇ ਵਾਸਤੇ ਜੋ ਮਹਾਰਾਜ ਗੁਰੂ ਥਾਪ ਗਏ ਗੁਰੂ ਹਰਿਕ੍ਰਿਸ਼ਨ ਸਾਹਿਬ, ਉਹ ਜਿਵੇਂ ਕਿਵੇਂ ਵੀ ਕੋਈ ਛਪਾਉਣਾ ਚਾਹਵੇ ਤਾਂ ਵੀ ਉਹਨਾਂ ਨੂੰ ਲੁਕਾ ਛਪਾ ਨਹੀਂ ਸਕਦਾ। ਸਿੱਖ ਸੰਗਤ ਲੇਖੋ ਜਗ ਸਾਈ, ਆ ਸਿੱਖ ਸੰਗਤਾਂ ਨੂੰ ਮਹਾਰਾਜ ਨੇ ਸਮਰੱਥਾ ਬਖਸ਼ੀ ਹੈ ਵੀ ਉਹ ਆਪਣੇ ਪ੍ਰੇਮ ਦੀ ਖਿੱਚ ਨਾਲ ਆਪੇ ਹੀ ਜਗਤ ਦੇ ਮਾਲਕ 9ਵੇਂ ਪਾਤਸ਼ਾਹ ਦੀ ਖੋਜ ਕਰ ਲੈਣਗੇ। ਬਹੁ ਨਿਕੇਤ ਹੈ ਤਹ ਸੋਢੀਨ, ਹਾਂ, ਕਿਉਂਕਿ ਉੱਥੇ ਕਹਿੰਦੇ ਬਹੁ ਨਿਕੇਤ ਹੈ ਤਹ ਸੋਢੀਨ, ਵੀ ਸੋਢੀਆਂ ਦੇ ਬਹੁਤੇ ਘਰ ਹਨ ਬਾਬੇ ਬਕਾਲੇ ਦੇ ਵਿੱਚ। ਇਹ ਉਸ ਵੇਲੇ ਉਹਨਾਂ ਨੂੰ ਕਵੀ ਜੀ ਨੂੰ ਵੀ ਭੁਲੇਖਾ ਹੀ ਪਿਆ, ਜਦੋਂ ਕਿ ਸੋਢੀਆਂ ਦਾ ਇਸ ਨਗਰ ਨਾਲ ਕੋਈ ਸੰਬੰਧ ਹੀ ਨਹੀਂ। ਉਹਦੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਨਕੇ ਸਨ, ਤੇ ਤਾਂ ਮਹਾਰਾਜ ਸਾਹਿਬ ਜੀ ਇੱਥੇ ਵਸੇ ਨਹੀਂ, ਤੇ ਸੋਢੀ ਇੱਥੇ ਨਹੀਂ ਸੀ ਵਸਦੇ। ਕਰਤਾਰਪੁਰ ਵਸਦੇ ਸਨ, ਕੋਠੇ ਗੁਰੂ ਮਾਲਵੇ ਵਿੱਚ ਵਸਦੇ, ਅੰਮ੍ਰਿਤਸਰ ਸਾਹਿਬ ਵਸਦੇ, ਕੀਰਤਪੁਰ ਸਾਹਿਬ ਵਸਦੇ ਸਨ, ਤੇ ਕੁਝ ਦਿੱਲੀ ਵਿੱਚ ਵਸਣ ਲੱਗ ਪਏ। ਇਸ ਤਰ੍ਹਾਂ ਬਾਬਾ ਬਕਾਲਾ ਸਾਹਿਬ ਵਿੱਚ ਤਾਂ ਮਹਾਰਾਜ ਸਾਹਿਬ ਤੋਂ ਬਿਨਾਂ ਕੋਈ ਸੋਢੀਆਂ ਦਾ ਪਰਿਵਾਰ ਨਹੀਂ ਸੀ। ਇੱਥੇ ਥੋੜ੍ਹਾ ਜਿਹਾ ਕੋਈ ਬਚਨ ਦਾ ਭੁਲੇਖਾ ਆਇਆ ਵੀ ਬਹੁਤ ਘਰ ਨੇ ਸੋਢੀਆਂ ਦੇ ਬਕਾਲੇ ਵਿੱਚ, ਪਰ ਅਸਲ 'ਚ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਤੋਂ ਬਗੈਰ ਕੋਈ ਨਹੀਂ ਸੀ। ਹਾਂ, ਇੰਨਾ ਜ਼ਰੂਰ ਹੈ ਵੀ ਇਹ ਜਦੋਂ ਗੱਲ ਪ੍ਰਗਟ ਹੋਈ ਵੀ ਬਾਬਾ ਬਕਾਲੇ ਕਿਹਾ ਹੈ,
ਤਾਂ ਬਹੁਤ ਸੋਢੀ ਇੱਥੇ ਆ ਕੇ ਬੈਠ ਗਏ ਸੀ ਵੀ ਸਾਡੇ ਲਈ ਮਹਾਰਾਜ ਨੇ ਬਚਨ ਕੀਤਾ। ਹਰ ਕੋਈ ਆਪਣੇ ਹੀ ਪੂਜਾ ਕਰਾਉਣ ਲਈ, ਆਪਣੇ ਆਪ ਨੂੰ ਗੁਰੂ ਸਾਬਤ ਕਰਨ ਲਈ ਜ਼ੋਰ ਲਾ ਰਿਹਾ ਸੀ। ਜਿਹੜੀ ਕਥਾ ਅੱਗੇ ਆਵੇਗੀ, ਵਾਸੈ ਸਤਿਗੁਰ ਬੰਸ ਪਰਬੀਨ, ਕਹਿੰਦੇ ਉੱਥਾਂ ਦੇ ਪ੍ਰਬੀਨ ਜੋ ਸਤਿਗੁਰੂ ਸਾਹਿਬ ਜੀ ਦੀ ਬੰਸ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਵਸ ਰਹੀ ਹੈ। ਗੁਰਤਾ ਕੋ ਕਾਰਜ ਜਬ ਪਰੈ, ਜਦੋਂ ਗੁਰਤਾ ਗੱਦੀ ਦਾ ਕਾਰਜ ਸਿੱਖ ਸੰਗਤ ਨੂੰ ਆਣ ਪਿਆ ਕੋਈ, ਆਪਾ ਬਿਦਤ ਆਪ ਹੀ ਕਰੈ, ਤੇ ਉਸ ਵੇਲੇ ਆਪਾ ਬਿਦਤ ਆਪ ਹੀ ਕਰੇ, ਆਪਣੇ ਆਪ ਹੀ ਆਪਣਾ ਪ੍ਰਗਟ ਕਰ ਦੇਣਗੇ ਮਹਾਰਾਜ। ਰਾਮ ਰਾਏ ਔਰ ਮਤ ਸਰ ਧਾਰੀ, ਰਾਮ ਰਾਏ ਨੇ ਭਾਵੇਂ ਮਹਾਰਾਜ ਸਾਹਿਬ ਜੀ ਦੇ ਨਾਲ ਬਹੁਤੀ ਈਰਖਾ ਧਾਰੀ, ਗੁਰੂ ਹਰਿਕ੍ਰਿਸ਼ਨ ਸਾਹਿਬ ਨਾਲ, ਇਹ ਨਾ ਰਹਿਓ ਗੁਰਤਾ ਅਧਿਕਾਰੀ। ਇਸ ਕਰਕੇ ਤਾਂ ਭੁਲੇਖਾ ਕੱਢ ਦਿਓ ਵੀ ਕਦੇਰ ਗੁਰੂ ਹੋਵੇ ਤਾਂ ਗੁਰਤਾ ਗੱਦੀ ਦਾ ਅਧਿਕਾਰੀ ਹੀ ਨਹੀਂ ਰਿਹਾ। ਸਤਵੇਂ ਪਾਤਸ਼ਾਹ ਨੇ ਤਾਂ ਇਹਨੂੰ ਮੱਥੇ ਨਹੀਂ ਲਾਇਆ ਆਪਣੇ ਜਿਉਂਦੇ ਦੀ ਬਾਅਦ ਵਿੱਚ। ਸਤਿਗੁਰ ਪਿਤ ਨੇ ਕਾਰਜ ਕਰਿਓ, ਕਿਉਂਕਿ ਇਹਨਾਂ ਦੇ ਪਿਤਾ ਸਤਿਗੁਰੂ ਹਰਿ ਸਾਹਿਬ ਜੀ ਨੇ ਜੋ ਕਾਰਜ ਕੀਤਾ ਹੈ, ਸੰਗਤ ਮਹਿ ਬਿਦਤ ਉਚਰਿਓ, ਉਹ ਸਾਰੀ ਸੰਗਤ ਵਿੱਚ ਹੀ ਪ੍ਰਗਟ ਹੀ ਮਹਾਰਾਜ ਨੇ ਉਚਾਰਿਆ ਸੀ। ਬੈਰ ਭਾਵ ਕੋ ਇਹ ਫਲ ਹੋਆ, ਵੇਖੋ ਇਹ ਗੁਰੂ ਹਰਿ ਸਾਹਿਬ ਆਪਣੇ ਪਿਤਾ ਦੇ ਨਾਲ ਹੀ ਵੈਰ ਭਾਵ ਰਾਮ ਰਾਏ ਕਰਦਾ ਰਿਹਾ। ਗੁਰਬਖਸ਼ ਮਸੰਦ ਰਾਜੇ ਨਾਲ ਬਚਨ ਕਰ ਰਿਹਾ ਵੀ ਇਹ ਤਾਂ ਭੁੱਲ ਜਾਓ, ਕਿਉਂਕਿ ਰਾਮ ਰਾਏ ਤਾਂ ਗੁਰੂ ਬਣਨੋਂ ਰਿਹਾ, ਇਹ ਤਾਂ ਗੁਰਾਂ ਦੇ ਹੁੰਦੇ ਹੀ ਆਪਣੇ ਪਿਤਾ ਨਾਲ ਵੈਰ ਭਾਵ ਕੀਤਾ ਤੇ ਉਹਦਾ ਫਲ ਇਹਨੂੰ ਇਹ ਮਿਲਿਆ। ਗੁਰਤਾ ਪਦ ਨਿਜ ਘਰ ਤੇ ਖੋਆ, ਵੀ ਆਪਣੇ ਘਰ ਦੇ ਵਿੱਚੋਂ ਗੁਰਤਾ ਗੱਦੀ ਦੀ ਪਦਵੀ ਗਵਾ ਬੈਠੇ ਆ, ਇਹ ਗੁਰਿਆਈ ਸਾਹ ਵੀ ਨਹੀਂ ਸਕੇ ਸੇਵਾ ਕਰਕੇ। ਸੇ ਗੁਰ ਦਿੱਤੇ ਸੁਤ ਹਰ ਰਾਏ, ਕਿਉਂਕਿ ਬਾਬਾ ਗੁਰਦਿੱਤਾ ਜੀ ਜੋ ਸ੍ਰੀ ਗੁਰ ਦਿੱਤੇ ਸੁਤ ਹਰ ਰਾਏ, ਸ੍ਰੀ ਗੁਰਦਿੱਤਾ ਜੀ ਦੇ ਸੁਪੁੱਤਰ ਜੋ ਗੁਰੂ ਹਰਿਰਾਏ ਸਾਹਿਬ ਜੀ ਸਨ। ਸਭ ਸੁਤ ਤਜ ਗੁਰ ਤਖਤ ਬਿਠਾਏ, ਦੇਖੋ ਸਾਰੇ ਆਪਣੇ ਵੱਡੇ ਪੁੱਤਰਾਂ ਨੂੰ ਛੱਡ ਕੇ ਮਹਾਰਾਜ ਸਾਹਿਬ ਜੀ ਨੇ ਬਾਬੇ ਗੁਰਦਿੱਤੇ ਦੇ ਪੁੱਤਰ ਸ੍ਰੀ ਹਰਿਰਾਏ ਸਾਹਿਬ ਨੂੰ ਛੇਵੇਂ ਪਾਤਸ਼ਾਹ ਤਖਤ ਬਖਸ਼ਿਆ। ਤਿਨਹੁ ਆਪਣੇ ਸਦਨ ਟਿਕਾਏ, ਤੇ ਗੁਰੂ ਹਰਿਰਾਏ ਸਾਹਿਬ ਨੇ ਫਿਰ ਉਤੋਂ ਅੱਗੇ ਆਪਣੇ ਘਰ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਗੁਰਿਆਈ ਜੋਗ ਜਾਣ ਕੇ ਬਖਸ਼ ਦਿੱਤੀ। ਰਾਮ ਰਾਏ ਕਰ ਬਾਦ ਗਵਾਈ, ਰਾਮ ਰਾਏ ਨੇ ਵੇਖੋ ਵੀ ਮੂਰਖਤਾ ਕਰਕੇ ਉਹ ਗੁਰਿਆਈ ਦੀ ਦਾਤ ਗਵਾ ਹੀ ਲਈ ਹੈ, ਕਿਉਂਕਿ ਜੇ ਸੇਵਾ ਕਰਦੇ ਭਾਵਨਾ ਨਾ ਤਾਂ ਫੇਰ ਇਹਨਾਂ ਨੂੰ ਮਿਲ ਵੀ ਸਕਦੀ ਸੀ, ਪਰ ਇਹਨਾਂ ਨੇ ਸੇਵਾ ਨਹੀਂ ਕੀਤੀ। ਇਹ ਤਾਂ ਗੁਰਬਖਸ਼ ਮਸੰਦ ਦੀ ਸੋਚ ਹੈ ਨਾ, ਪਰ ਧੁਰੋਂ ਜੋ ਪਰਮੇਸ਼ਰ ਨੇ ਲਿਖਿਆ ਗੁਰਿਆਈ ਤਾਂ ਉਸ ਹਿਸਾਬ ਨਾਲ ਚੱਲਣੀ ਹੈ। ਪਰ ਸਿੱਖ ਤਾਂ ਸੋਚਦਾ ਹੀ ਹੈ ਨਾ ਵੀ ਇੱਦਾਂ ਕਰਦੇ ਤਾਂ ਇੱਦਾਂ ਹੋ ਜਾਂਦਾ। ਇਹ ਕਹਿੰਦਾ ਵੀ ਰਾਮ ਰਾਏ ਜੇ ਝਗੜਾ ਨਾ ਕਰਦਾ ਤਾਂ ਗੁਰਿਆਈ ਇਹਨਾਂ ਦੇ ਘਰ ਵਿੱਚ ਰਹਿਣੀ ਸੀ। ਸੋਢੀ ਅਬ ਸ਼ਰੀਕ ਗੁਰ ਹੋਏ, ਹੁਣ ਕੋਈ ਇਹਨਾਂ ਦੇ ਸ਼ਰੀਕੇ ਵਿੱਚੋਂ ਹੀ ਸੋਢੀ ਗੁਰੂ ਥਾਂ ਤੇ ਗੁਰੂ ਬਣ ਕੇ ਤਖਤ ਤੇ ਪ੍ਰਗਟ ਹੋ ਕੇ ਬੈਠੇਗਾ। ਇਸ ਮਾਨੇ ਸਿੱਖ ਜੇ ਸਭ ਤੇ ਕੋਏ, ਜਿੰਨੇ ਵੀ ਸਿੱਖ ਸੇਵਕ ਹਨ ਉਹਨਾਂ ਨੂੰ ਹੁਣ ਨੌਵੇਂ ਪਾਤਸ਼ਾਹ ਨੂੰ ਮੰਨਣਗੇ। ਕਿਆ ਅਬ ਹਾਥ ਆਏ ਹੈ ਤਾਂ ਕੇ, ਸੋ ਇਸ ਤਰ੍ਹਾਂ ਕਹਿਣ ਲੱਗਾ ਗੁਰਬਖਸ਼ ਮਸੰਦ ਜੈ ਸਿੰਘ ਜੀ, ਵੇਖੋ ਹੁਣ ਇਹਦੇ ਹੱਥ ਕੀ ਆਊਗਾ ਜਿਹੜਾ ਇੰਨੀ ਈਰਖਾ ਕਰਦਾ ਰਿਹਾ। ਦੇਖ ਅਨੁਜ ਕੋ ਮਤ ਸਰ ਜਾਣ ਕੇ, ਆਪਣੇ ਛੋਟੇ ਭਰਾ ਸ੍ਰੀ ਹਰਿਕ੍ਰਿਸ਼ਨ ਸਾਹਿਬ ਦੀ ਵਡਿਆਈ ਵੇਖ ਕੇ ਈਰਖਾ ਦੀ ਅੱਗ ਵਿੱਚ ਹੀ ਸੜਦਾ ਸੀ ਰਾਮ ਰਾਏ। ਮੈਂ ਸਿਆਣਨ ਕੀ ਹੈ ਇਹ ਰੀਤ, ਇਹ ਸਿਆਣਿਆਂ ਵਾਲੀ ਕੋਈ ਗੱਲ ਨਹੀਂ ਰਾਮ ਰਾਏ ਨੇ ਕੀਤੀ। ਜਿਨ ਜਿਨ ਸੁਣੀ ਸੋ ਭਨੀ ਅਨੀਤ, ਜਿੰਨੇ ਜਿੰਨੇ ਵੀ ਸੁਣਿਆ ਵੀ ਇਹਨੇ ਸ਼ਰਾਪ ਦਿੱਤਾ ਵੀ ਇਹਨਾਂ ਨੂੰ ਸੀਤਲਾ ਨਿਕਲੇਗੀ, ਚੜਾਈ ਹੋਣਗੇ, ਉਹਨਾਂ ਸਾਰਿਆਂ ਨੇ ਇਹਨੂੰ ਚੰਗਾ ਨਹੀਂ ਮੰਨਿਆ। ਪ੍ਰਥਮ ਪਿਤਾ ਕੇ ਸਾਥ ਬਿਗਾਰੀ, ਸੋ ਇਸ ਪ੍ਰਕਾਰ ਦੇ ਨਾਲ ਪਹਿਲਾਂ ਇਹਨੇ ਆਪਣੇ ਪਿਤਾ ਦੇ ਨਾਲ ਹੀ ਵਿਗਾੜ ਪਾ ਲਿਆ। ਸੁਤ ਹੱਥ ਮਾਤੇ ਦੁਖਕਾਰੀ, ਫਿਰ ਵੇਖੋ ਵੀ ਮਹਾਰਾਜ ਸਾਹਿਬ ਦੇ ਪੁੱਤਰ ਆਪਣੇ ਭਰਾ ਨੂੰ ਕਹਿੰਦੇ ਵੀ ਇਹ ਮਾਰਨ ਦੇ ਵਿੱਚ ਭਾਵ ਉਹਨਾਂ ਦੇ ਸੱਚਖੰਡ ਜਾਣ ਵਿੱਚ ਇਹਦੇ ਬਚਨ ਸਹਾਈ ਹੋਏ, ਜਿਸ ਕਰਕੇ ਮਾਂ ਦੁਖੀ ਹੋ ਰਹੀ ਹੈ ਹੁਣ। ਮਸੰਦ ਤੇ ਜੈ ਸਿੰਘ ਰਾਉ, ਸੋ ਇਸ ਤਰ੍ਹਾਂ ਗੁਰਬਖਸ਼ ਸਿੰਘ ਨੇ ਬਚਨ ਕਿਹਾ, ਵਾਹਿਗੁਰੂ ਗੁਰਬਖਸ਼ਮਲ ਮਸੰਦ ਨੇ ਬਚਨ ਕਿਹਾ ਵੀ ਪਹਿਲਾਂ ਗੁਰੂ ਹਰਿਰਾਏ ਸਾਹਿਬ ਜੀ ਦੇ ਨਾਲ ਇਹ ਵਿਗਾੜ ਰੱਖਦਾ ਰਿਹਾ, ਤੇ ਹੁਣ ਇਹ ਬਚਨ ਕਰਕੇ ਜੋ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸੱਚਖੰਡ ਜਾਣ ਦਾ ਕਾਰਨ ਬਣਿਆ, ਹੁਣ ਆਪਣੀ ਮਾਤਾ ਕ੍ਰਿਸ਼ਨ ਕੌਰ ਜੀ ਨੂੰ ਵੀ ਦੁੱਖ ਦੇਣ ਵਾਲਾ ਹੀ ਬਣਿਆ।
ਇਹ ਗੱਲ ਸੁਣ ਕੇ ਮਸੰਦ ਕੋਲੋਂ ਜੈ ਸਿੰਘ ਰਾਜਾ ਕਹਿਓ ਬਿਮਾਤਨ ਭਰਾਤ ਸੁਭਾਉ। ਕਹਿਣ ਲੱਗਾ ਗੁਰਬਖਸ਼ ਜੀ, ਇਹ ਜਿਹੜੇ ਬੇਮਾਤਨ ਹੁੰਦੇ ਨੇ ਨਾ, ਮਤਰੇਈ ਹੁੰਦੇ ਹਨ, ਇਹਨਾਂ ਦਾ ਸੁਭਾਅ ਹੀ ਇਦਾਂ ਦਾ ਹੁੰਦਾ। ਰਾਮ ਰਾਏ ਮਤਰੇਆ ਜੂ ਹੋਇਆ। ਅਜਮਤ ਮਹਿ ਸਮਰਥ ਬਲਵੰਤੇ। ਬਾਕੀ ਗੁਰੂ ਸਾਹਿਬ ਜੀ ਕੋਈ ਘਾਟ ਨਹੀਂ ਸੀ। ਗੁਰੂ ਹਰਿਕ੍ਰਿਸ਼ਨ ਸਾਹਿਬ ਸਭ ਸ਼ਕਤੀਆਂ ਵਿੱਚ ਸਮਰੱਥ ਸਨ। ਤਿਤ ਗਾਦੀ ਪਰ ਥਿਰਨ ਚਹੰਤੇ। ਪਿਤ ਗਾਦੀ ਪਰ ਥਿਰਨ ਚਹੰਤੇ। ਤੇ ਵੀ ਰਾਮ ਰਾਏ ਵੀ ਭਾਵੇਂ ਜਿੰਨੀ ਮਰਜ਼ੀ ਸ਼ਕਤੀ ਰੱਖਦਾ ਰਿਹਾ, ਆਪਣੇ ਪਿਤਾ ਦੀ ਗੱਦੀ ਤੇ ਬਹਿਣਾ ਵੀ ਚਾਹੁੰਦਾ ਰਿਹਾ ਵੀ ਮੈਂ ਬਹਿ ਜਾਵਾਂ। ਹੋਣਹਾਰ ਗਤ ਮਿਟੇ ਨ ਤੈਸੇ। ਪਰ ਜਿਹੜੀ ਹੋਣਹਾਰ ਪਰਮੇਸ਼ਰ ਨੇ ਗੱਲ ਕਰਨੀ ਹੈ, ਉਹ ਗੱਲ ਮਿਟਦੀ ਨਹੀਂ ਹੈ। ਜਿਹੜਾ ਧੁਰੋਂ ਲਿਖਿਆ ਹੋ ਕੇ ਉਹੀ ਰਹਿੰਦਾ ਹੈ। ਕਰਿਓ ਪਰਸਪਰ ਬੋਲਣ ਐਸੇ। ਵੀ ਆਪਸ ਵਿੱਚ ਜਿਹੜੇ ਬਚਨ ਹੋ ਗਏ ਨੇ ਨਾ ਦੋਵਾਂ ਭਾਈਆਂ ਦੇ ਇੱਕ ਦੂਸਰੇ ਦੇ ਤਾਈ। ਨਿਰਪ ਕਰ ਜੋਰ ਮਾਤ ਸੋ ਭਾਖਾ। ਸੋ ਇਸ ਤਰ੍ਹਾਂ ਜੈ ਸਿੰਘ ਕਹਿੰਦਾ, ਜੋ ਜਿਵੇਂ ਰਾਮ ਰਾਏ ਨੇ ਕਿਹਾ ਵੀ ਇਹਨਾਂ ਨੂੰ ਸੀਤਲਾ ਹੋਊ, ਜਿਵੇਂ ਮਹਾਰਾਜ ਨੇ ਕਿਹਾ ਵੀ ਇਹ ਨਪੁੱਤਾ ਹੀ ਜਾਊਗਾ, ਆਪਸ ਵਿੱਚ ਜਿਹੜੇ ਬਚਨ ਨੇ ਹੋ ਕੇ ਰਹਿਣੇ ਹਨ। ਇਹਨਾਂ ਨੂੰ ਹੁਣ ਕੋਈ ਮੇਟ ਨਹੀਂ ਸਕਦਾ। ਇਸ ਤਰ੍ਹਾਂ ਬਚਨ ਕਰਕੇ ਤੇ ਰਾਜੇ ਨੇ ਮਾਤਾ ਜੀ ਨੂੰ ਹੱਥ ਜੋੜ ਕੇ ਕਿਹਾ ਉਸ ਵੇਲੇ, ਖੁਸ਼ੀ ਕਰੋ ਮੁਝ ਚਲਨ ਬਿਲਖਾ। ਵੀ ਮਾਤਾ ਜੀ ਮੈਨੂੰ ਆਗਿਆ ਦਿਓ, ਹੁਣ ਖੁਸ਼ੀ ਕਰੋ, ਮੈਂ ਜਾਣਾ ਚਾਹੁੰਦਾ ਹਾਂ ਵਾਪਸ ਹੁਣ ਨਗਰ ਵਿੱਚ। ਅਪਵੰਦਨ ਕਰ ਉਠਿਓ ਪਰ ਬੀਨਾ। ਜੈ ਸਿੰਘ ਸਿਆਣਾ ਰਾਜਾ ਮਾਤਾ ਜੀ ਨਾਲ ਸਿੱਖਾਂ ਨਾਲ ਬਚਨ ਬਿਲਾਸ ਕਰਕੇ ਮਹਾਰਾਜ ਸਾਹਿਬ ਜੀ ਦੀ ਮਾਤਾ ਕੋ ਆਗਿਆ ਲੈ ਕੇ ਉੱਠ ਪਿਆ। ਇੱਕ ਮਾਤਾ ਤਬ ਆਸ਼ਿਕ ਦੀਨਾ। ਤੁਰਦੇ ਸਮੇਂ ਵੇਖ ਕੇ ਮਾਤਾ ਨੇ ਅਸੀਸ ਦਿੱਤੀ ਜੈ ਸਿੰਘ ਰਾਜੇ ਨੂੰ। ਸ੍ਰੀ ਸਤਿਗੁਰ ਆਵੇ ਤੁਮ ਚੀਤ। ਸੋ ਇਸ ਤਰ੍ਹਾਂ ਰਾਜਾ ਮਹਾਰਾਜ ਸਾਹਿਬ ਕੋ ਵਿਦਿਆ ਹੋਇਆ ਤਾਂ ਮਾਤਾ ਜੀ ਕਹਿੰਦੇ, ਸ੍ਰੀ ਸਤਿਗੁਰ ਆਵਹਿ ਤੁਮ ਚੀਤ। ਤੈਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੇਤੇ ਰਹਿਣ ਸਦਾ। ਸ੍ਰੀ ਹਰਿਕ੍ਰਿਸ਼ਨ ਸਹਾਇਕ ਨੀਤ। 8ਵੇਂ ਪਾਤਸ਼ਾਹ ਤੇਰੇ ਨਿਤ ਹੈ ਰਾਜਨ ਸਹਾਈ ਹੋਣ। ਛਾਉ ਸਭਾ ਮਹਿ ਪਤ ਰਹਿ ਆਵੈ। ਔਰੰਗਜ਼ੇਬ ਦੀ ਸਭਾ ਤੇਰੀ ਇੱਜ਼ਤ ਬਣੀ ਰਹੇ ਸਦਾ। ਮਨੋ ਕਾਮਨਾ ਗੁਰ ਤੇ ਪਾਵੈ। ਸਭ ਕਾਮਨਾਵਾਂ ਜੋ ਗੁਰੂ ਸਾਹਿਬ ਦੇ ਦਰ ਤੋਂ ਪੂਰੀਆਂ ਹੋਣ ਤੇਰੀਆਂ। ਵਿਦਾ ਹੋਏ ਗਮਨਿਓ ਮਹਿ ਪਾਲਾ। ਇਹ ਸੀਸਾਂ ਲੈ ਕੇ ਮਾਤਾ ਕ੍ਰਿਸ਼ਨ ਕੌਰ ਜੀ ਕੋਲੋਂ ਜੈ ਸਿੰਘ ਵਿਦਿਆ ਹੋ ਗਿਆ। ਲੈ ਜਨਨੀ ਤਬ ਸਵਾਸ ਵਿਸਾਲਾ। ਤੇ ਜਦੋਂ ਰਾਜਾ ਗਿਆ ਤਾਂ ਮਾਤਾ ਕ੍ਰਿਸ਼ਨ ਕੌਰ ਜੀ ਨੇ ਉਸ ਵੇਲੇ ਇੱਕ ਲੰਮਾ ਜਿਹਾ ਸਵਾਸ ਲਿਆ। ਸਤਿਗੁਰ ਸਿਮਰਨ ਕਰ ਖੁਸ਼ ਰੋਈ। ਆਪਣੇ ਪੁੱਤਰ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦੇ ਵਿਛੋੜੇ ਨੂੰ ਉਹਨਾਂ ਨੂੰ ਚੇਤੇ ਕਰਕੇ ਥੋੜਾ ਜਿਹਾ ਰੋ ਵੀ ਪਈ ਮਾਤਾ। ਗਿਆਨ ਪਾਏ ਪੁਨ ਧੀਰਜ ਹੋਈ। ਪਰ ਜੋ ਗਿਆਨ ਪਾਇਆ ਸੀ ਉਸ ਕਰਕੇ ਫਿਰ ਧੀਰਜ ਹੋ ਗਈ ਵੀ ਇਹ ਤਾਂ ਸਰੀਰਾਂ ਦੇ ਸੰਬੰਧੀ ਨੇ, ਵਿਛੜਨਾ ਹੀ ਬਣਦਾ ਹੈ। ਕੇਤਕ ਬਾਸਰ ਬਾਸਾ ਕੀ। ਕਈ ਦਿਨ ਦਿੱਲੀ ਦੇ ਵਿੱਚ ਮਾਤਾ ਸ਼੍ਰੀ ਕ੍ਰਿਸ਼ਨ ਕੌਰ ਜੀ ਨੇ ਨਿਵਾਸ ਰੱਖਿਆ। ਸਭ ਸੰਗਤ ਸਿੱਖ ਭਾਉ ਪਰਬੀਨ। ਤੇ ਸਾਰੀਆਂ ਸੰਗਤਾਂ ਬਹੁਤ ਭਾਵਨਾ ਦੇ ਨਾਲ ਮਾਤਾ ਜੀ ਦੀ ਸੇਵਾ ਕਰਦੀਆਂ ਹਨ। ਮਾਤਾ ਜੀ ਨੇ ਵੇਖਿਆ ਵੀ ਸੰਗਤ ਵੀ ਬੜੀ ਸਿਆਣੀ ਹੈ। ਸੇਵਾ ਠਾਨ ਹੈ ਸਰਬ ਪ੍ਰਕਾਰ। ਹਰ ਤਰ੍ਹਾਂ ਕਰਕੇ ਮਾਤਾ ਜੀ ਦੇ ਹਜ਼ੂਰ ਰਹਿ ਕੇ ਸੇਵਾ ਕਰਦੇ ਨੇ ਡੇਰੇ ਵਿੱਚ। ਆਏ ਕਰਹਿ ਤਿਮਹੀ ਦਰਬਾਰ। ਜਿਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਦਰਬਾਰ ਸੰਗਤ ਆਉਂਦੀ ਸੀ, ਐਵੇਂ ਹੀ ਮਾਤਾ ਜੀ ਦੇ ਨਾਲ ਮੇਲ ਮਿਲਾਪ ਕਰਨ ਲਈ ਸੰਗਤ ਦਰਬਾਰ ਵਿੱਚ ਆਉਂਦੀ ਹੈ। ਕੀਰਤਨ ਕਥਾ ਉਸੇ ਤਰ੍ਹਾਂ ਹੀ ਮਾਤਾ ਜੀ ਦੀ ਹਜ਼ੂਰੀ ਦੇ ਵਿੱਚ ਹੋ ਰਿਹਾ ਹੈ। ਐਵੇਂ ਦਿੱਲੀ ਦੇ ਵਿੱਚ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਸੱਚਖੰਡ ਜਾਣ ਤੋਂ ਬਾਅਦ ਸੰਗਤਾਂ ਦੇ ਵਿੱਚ ਵਿਰਾਗ ਹੈ। ਮਾਤਾ ਜੀ ਵਿਰਾਗ ਕਰਦੇ ਨੇ, ਬਚਨ ਬਿਲਾਸ ਹੋ ਰਹੇ ਹਨ। ਤੇ ਫਿਰ ਗੁਰੂ ਸਾਹਿਬ ਦੀ ਭਾਲ ਵਿੱਚ ਜਿਵੇਂ ਸੰਗਤ ਤੁਰੇਗੀ, ਜਿਵੇਂ ਸੱਚੇ ਗੁਰੂ ਦੀ ਭਾਲ ਦੇ ਪ੍ਰਸੰਗ ਆਉਣਗੇ, ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਕਥਾ ਸਰਵਣ ਕਰਾਂਗੇ। ਗੁਰਾਂ ਦੇ ਪਵਿੱਤਰ ਇਤਿਹਾਸ ਨੂੰ ਕਹਿੰਦਿਆਂ ਸੁਣਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ। ਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ, ਬਖਸ਼ ਲੈਣਾ। ਕੇਤਕ ਬਾਸਰੋ ਬਾਸਾ ਕੀਨਾ। ਸਭ ਸੰਗਤ ਪਿਖ ਭਾਉ ਪਰਬੀਨਾ। ਸੇਵਾ ਠਾਨ ਹੈ ਸਰਬ ਪ੍ਰਕਾਰ। ਆਏ ਕਰਹਿ ਤਿਮਹੀ ਦਰਬਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੋਬਿੰਦ ਹੈ ਗੋਪਾਲ ਹੈ ਦਇਆਲ ਲਾਲ। ਪ੍ਰਾਨਨਾਥ ਅਨਾਥ ਸਖੇ ਦੀਨ ਦਰਦ ਨਿਵਾਰੈ। ਸਮਰਥ ਅਗਮ ਪੂਰਨ ਮੋਹਿ ਮਾਇਆ ਧਾਰ। ਅੰਧਕੂਪ ਮਹਾ
ਭਿਆਨ। ਨਾਨਕ ਪਾਰ ਉਤਾਰ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ। ਜੋ ਸ਼ਰਧਾ ਕਰ ਸੇਵੰਦ ਵਾਹਿਗੁਰੂ ਪਾਰੇ ਉਤਾਰਨ। ਜੋ ਸ਼ਰਧਾ ਕਰ ਸੇਵੰਦ ਵਾਹਿਗੁਰੂ